ਜਿਸ ਸਰਕਾਰ ਦੇ ਨਾਲ ਹੁਣ ਤੁਹਾਡੀ ਲੜਾਈ ਹੈ, ਬਾਦਲਾਂ ਨੂੰ ਤੁਸੀਂ ਅਕਸਰ ਜ਼ਿਕਰ ਕਰਦੇ ਰਹੇ ਹੋ ਕਿ ਮੈਂ ਹਰਾ ਲਿਆ। ਇਸ ਪਾਰਟੀ ਨੂੰ ਤੁਸੀਂ ਜਾਂ ਇਸ ਸਰਕਾਰ ਨੂੰ ਤੁਸੀਂ ਕਿਵੇਂ ਘੇਰਨ ਦੀ ਤਿਆਰੀ, ਕੀ ਤੁਹਾਡੀ ਯੋਜਨਾ ਹੈ? ਯੋਜਨਾ ਉਹਨਾਂ ਵਾਸਤੇ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਤੋਂ ਡਰ ਹੋਵੇ, ਬਿਲਕੁਲ ਡਰ ਨੂੰ ਆਪਣੇ ਆਪ ਭਾਰ ਨਾਲ ਡਿੱਗ ਪਏ। ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਵਧੀਆ ਨਹੀਂ ਸੀਗੀ ਜਿਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ? ਅੰਮ੍ਰਿਤਸਰ ਤੁਸੀਂ ਵੀ ਗਏ ਹੋ, ਪਰ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਹੈ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਤੁਹਾਨੂੰ ਕੋਈ ਮੁਬਾਰਕਾਂ ਵੀ ਦਿੱਤੀਆਂ ਨੇ। ਹਾਂ ਨਹੀਂ, ਉਹਨਾਂ ਨੇ ਟਵਿੱਟਰ ਤੇ ਮੁਬਾਰਕਬਾਦ ਦਿੱਤੀ, ਉਸ ਤਰ੍ਹਾਂ ਸਾਡੀ ਗੱਲ ਨਹੀਂ ਹੋ ਸਕੀ। ਚੀਫ ਮਿਨਿਸਟਰ ਨੇ ਕਿਹਾ ਕਿ ਦੱਸੋ ਉਹਨਾਂ ਦਾ ਜਨਮ ਦਿਨ ਕੀ ਸੀ, ਮੈਨੂੰ ਨਹੀਂ ਚੇਤੇ ਸੀ। ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਕੋਈ ਸੰਪਰਕ, ਤੁਸੀਂ ਸੰਪਰਕ ਕਰੋਗੇ ਸਿੱਧੂ ਸਾਹਿਬ ਨਾਲ? ਇੱਕ ਵਾਰੀ ਨਹੀਂ 50 ਵਾਰੀ ਕਰਾਂਗਾ। ਹੁਣ ਕੀਤਾ ਪ੍ਰਧਾਨ ਬਣਨ ਤੋਂ ਬਾਅਦ? ਹਾਂ ਮੈਂ ਕੀਤਾ, ਉਹਨਾਂ ਦਾ ਕੀ ਜਵਾਬ? ਇਹ ਗੱਲ ਨਹੀਂ ਹੋ ਸਕੀ। ਮਨਪ੍ਰੀਤ ਬਾਦਲ ਉਹਨਾਂ ਨਾਲ ਜਿਸ ਤਰ੍ਹਾਂ ਤੁਹਾਡੀ ਅਮੂਮਨ, ਤੁਸੀਂ ਮੰਨੋ ਨਾ ਮੰਨੋ, ਆਪਾਂ ਸਮਝਦੇ ਆ ਰਹੇ ਕਿ ਦੂਰੀਆਂ ਸੀਗੀਆਂ, ਹੁਣ ਬਤੌਰ ਪ੍ਰਧਾਨ ਤੇ ਤੁਹਾਨੂੰ ਹਰ ਕਾਂਗਰਸੀ ਇੱਕੋ ਜਿਹਾ ਨਜ਼ਰ ਆਉਣਾ ਚਾਹੀਦਾ। ਬਿਲਕੁਲ ਨਹੀਂ ਮੰਨੋ ਨਾ ਮੰਨੋ ਕਹੂੰਗਾ, ਬਿਲਕੁਲ ਦੂਰੀਆਂ ਸੀ, ਬਿਲਕੁਲ ਦੂਰੀਆਂ। ਪਰ ਅਗਰ ਕੋਈ ਵਿਅਕਤੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ, ਦੇਖੋ ਜੇ ਕਾਂਗਰਸ ਪਾਰਟੀ ਦਾ ਝੰਡਾ ਥੱਲੇ ਕਰਨ ਦੀ ਕੋਈ ਗੱਲ ਹੈ, ਬੇਸ਼ੱਕ ਕੋਈ ਵੀ ਹੋਵੇ, ਉਹਨਾਂ ਨੂੰ ਮਿਲੋਗੇ? ਨਾ ਨਾ ਨਾ, ਬੇਸ਼ੱਕ ਉਹ ਸਿੱਧੂ ਸਾਹਿਬ ਵੀ ਹੈ, ਫਿਰ ਰਾਜਾ ਵੜਿੰਗ ਸਾਹਿਬ ਵੀ ਹੋਏਗਾ। ਮਨਪ੍ਰੀਤ ਬਾਦਲ ਨੂੰ ਵੀ ਮਿਲੋਗੇ ਆਉਣ ਵਾਲੇ ਦਿਨਾਂ ਦੇ ਵਿੱਚ? ਇਹ ਤਾਂ ਰੂਟੀਨ 'ਚ ਜਿੱਦਾਂ ਤੁਸੀਂ ਮਿਲਦੇ ਆ ਰਹੇ ਹੋ, ਬਠਿੰਡਾ ਫੇਰ ਹੀ ਹੋਈ ਰਾਜਾ ਵੜਿੰਗ। ਹਰ ਵਿਅਕਤੀ ਨੂੰ ਬੜੀ ਦਿਲਚਸਪ ਤਸਵੀਰ ਹੋਏਗੀ ਫਿਰ। ਮੈਂ ਤਾਂ ਕਿਹਾ ਛੋਟੇ ਤੋਂ ਛੋਟੇ ਬੰਦੇ, ਜਦੋਂ ਤੁਸੀਂ ਹਾਈ ਕਮਾਂਡ, ਜਦੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਹੋ, ਹਾਈ ਕਮਾਂਡ ਨਾਲ ਮੁਲਾਕਾਤ ਕਰਦੇ ਹੋ, ਵੀ ਇਹ ਸਮਝੇ ਚੀਜ਼ ਨੂੰ ਗੁੱਟਬਾਜੀ ਦਾ ਸ਼ਿਕਾਰ ਹੋ ਗਈ ਸਾਡੀ ਪਾਰਟੀ ਔਰ ਇਹ ਨਤੀਜੇ ਬਦਲ ਗਏ, ਔਰ ਜੋ ਚੀਜ਼ ਪਹਿਲਾਂ ਉਹਨਾਂ ਨੂੰ ਅਲਰਟ ਭੇਜੇ ਜਾਂਦੇ ਸੀ ਉਹ ਨਹੀਂ ਸਮਝ ਪਾਏ ਉਸ ਚੀਜ਼ ਨੂੰ। ਕੈਪਟਨ ਅਮਰਿੰਦਰ ਸਿੰਘ ਹੁੰਦੇ ਤੇ ਸ਼ਾਇਦ ਇਸ ਚੀਜ਼ ਨਾ ਬੰਦੀ ਹੀ ਨਹੀਂ, ਫਿਰ 18 ਵੀ ਨਹੀਂ ਆਉਂਦੇ। ਕਿਵੇਂ ਆਪਣੇ ਵੱਲ ਜਨਤਾ ਨੂੰ ਦੁਆਰਾ ਕਰੋਗੇ? ਹਾਂਜੀ, ਬਿਜਲੀ ਫ੍ਰੀ ਦੇਣ ਜਾ ਰਹੇ ਨੇ। ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਇੱਕ ਵਾਅਦਾ ਜੁਲਾਈ 'ਚ ਪੂਰਾ ਕਰਨ ਦੀ ਗੱਲ ਕਹੀ ਹੈ। ਹਜੇ ਜੁਲਾਈ 'ਚ ਹੋਣਾ, ਅੱਜ ਨਹੀਂ। ਇਹ ਕਾਲੀ ਕਿਉਂ ਹੋ ਰਹੀ ਹੈ? ਕਾਲੀ ਇਹ ਅਨਾਉਂਸਮੈਂਟ ਜਿੰਨੀਆਂ ਹੋ ਰਹੀਆਂ, ਕਾਲੀ ਹੋ ਰਹੀ ਹੈ, ਹਜੇ ਜ਼ਮੀਨ ਤੇ ਕੁਝ ਨਹੀਂ ਹੋਇਆ। ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ, 22 ਲੱਖ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਅਸੀਂ 200 ਯੂਨਿਟ ਫ੍ਰੀ ਦਿੰਦੇ ਸੀ, ਉਹਨਾਂ ਨੂੰ 100 ਯੂਨਿਟ ਹੋਰ ਵਾਧਾ ਕਰ ਰਹੇ। ਚੰਗੀ ਗੱਲ ਹੈ, ਬਿਹਤਰੀਨ ਗੱਲ ਹੈ, ਲੇਕਿਨ ਮੇਰਾ ਸਵਾਲ ਹੈ ਕਿ ਅਸੀਂ 3 ਰੁਪਏ ਸਬਸਿਡੀ ਦੇ ਰਹੇ ਸੀ 7 ਕਿਲੋਵਾਟ ਵਾਲਿਆਂ ਨੂੰ, ਉਹ ਥੱਲੇ ਵਾਲਿਆਂ 3 ਰੁਪਏ 7 ਕਿਲੋਵਾਟ ਵਾਲੇ ਥੱਲੇ। ਕਾਂਗਰਸ ਸਰਕਾਰ, ਚੰਨੀ ਸਰਕਾਰ ਕੀ ਇਹ ਜਿਹੜੀ ਉਹ 2400 ਕਰੋੜ ਰੁਪਏ ਦੀ ਸਬਸਿਡੀ ਅਸੀਂ ਦੇ ਰਹੇ ਸੀ, ਉਹਨੂੰ ਬਰਕਰਾਰ ਰੱਖਣਗੇ ਕਿ ਨਹੀਂ? 2022 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਜਨਤਾ ਨੇ ਇੱਕ ਇਤਿਹਾਸਿਕ ਫਤਵਾ ਦਿੱਤਾ, ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ। ਇਸੇ ਕਰਕੇ ਰਵਾਇਤੀ ਪਾਰਟੀਆਂ ਦੇ ਲਈ ਇੱਕ ਵੱਡੀ ਚੁਣੌਤੀ ਬਣ ਗਈ। ਇਸੇ ਚੈਲੰਜ ਨੂੰ ਸਮਝਦੇ ਹੋਇਆ ਕਾਂਗਰਸ ਨੇ ਸੂਬੇ ਦੇ ਵਿੱਚ ਆਪਣੇ ਪ੍ਰਧਾਨ ਹੀ ਬਦਲ ਦਿੱਤੇ ਔਰ ਨਵੇਂ ਪ੍ਰਧਾਨ ਲਗਾਏ, ਅਮਰਿੰਦਰ ਸਿੰਘ ਰਾਜਾ ਵੜਿੰਗ। ਸਾਡੇ ਨਾਲ ਅੱਜ ਦੈਨਿਕ ਸਵੇਰਾ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ। ਵੜਿੰਗ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਬਹੁਤ ਬਹੁਤ ਧੰਨਵਾਦ। ਜਿਵੇਂ ਮੈਂ ਜ਼ਿਕਰ ਕੀਤਾ ਕਿ ਰਵਾਇਤੀ ਪਾਰਟੀਆਂ ਦੇ ਵਿੱਚ ਮੁਕਾਬਲਾ ਹੁੰਦਾ ਸੀ, ਹਾਰ ਜਿੱਤ ਤਾਂ ਲੱਗੀ ਰਹਿੰਦੀ ਸੀ, ਪਰ ਇਸ ਵਾਰੀ ਦੀ ਹਾਰ ਜਿਹੜੀ ਇੱਕ ਨਵੀਂ ਤਰ੍ਹਾਂ ਦੀ ਹਾਰ ਹੈ, ਬੜੇ ਵੱਡੇ ਚੈਲੰਜ ਸਾਹਮਣੇ ਆ ਜਾਂਦੇ ਆ। ਇਸ ਸਥਿਤੀ ਦੇ ਵਿੱਚ ਪਾਰਟੀ ਨੇ ਤੁਹਾਡੇ ਮੋਢਿਆਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਤੁਹਾਡੇ ਲਈ ਪਰਸਨਲੀ ਕਿੰਨਾ ਕੁ ਔਖਾ? ਬਿਲਕੁਲ, ਮੈਂ ਸਮਝਦਾ ਕਿ ਮੇਰੇ ਵਰਗੇ ਬੰਦੇ ਵਾਸਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਹੈ। ਅਨਦਰ ਥਿੰਗ ਕਿ ਮੈਂ ਇਹਨੂੰ ਚੈਲੰਜ ਨਹੀਂ ਬਿਲਕੁਲ ਵੀ ਸਮਝਦਾ, ਇਟਸ ਨਾਟ ਅ ਚੈਲੰਜੇਬਲ ਐਟ ਆਲ। ਅਸੀਂ ਅਗਰ ਆਪਦੀਆਂ ਗਲਤੀਆਂ ਸੁਧਾਰ ਲਈਏ, ਆਪਦੇ ਘਰ ਨੂੰ ਠੀਕ ਕਰ ਲਈਏ, ਤਾਂ ਮੇਰਾ ਖਿਆਲ ਇਹ ਕੋਈ ਵੱਡੀ ਚੁਣੌਤੀ ਨਹੀਂ ਹੈ। ਅਸੀਂ ਦੁਬਾਰਾ ਫਿਰ ਮੋੜ ਤੋਂ ਸੱਤਾ ਸਰਕਾਰ ਦੇ ਵਿੱਚ ਵਾਪਸ ਆ ਸਕਦੇ ਹਾਂ, ਔਰ ਉਹਦਾ ਜਿਹੜਾ ਮੈਂ ਸਮਝਦਾ ਇੱਕ ਰਿਜ਼ਲਟ ਹੈਗਾ ਉਹ ਤੁਹਾਨੂੰ ਕਾਰਪੋਰੇਸ਼ਨ 'ਚ ਤੇ ਆਉਣ ਵਾਲੇ ਬਾਈ ਇਲੈਕਸ਼ਨ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ। ਬਟ ਸ਼ਰਤ ਇਹ ਹੈ ਕਿ ਤੁਹਾਨੂੰ ਪਹਿਲਾਂ ਆਪਦਾ ਘਰ ਸਵਾਰਨਾ ਹੋਏਗਾ, ਔਰ ਮੈਂ ਉਮੀਦ ਕਰਦਾ ਹਾਂ ਤਮਾਮ ਕਾਂਗਰਸੀ ਭਰਾਵਾਂ ਤੋਂ, ਲੀਡਰ ਸਾਹਿਬਾਨਾਂ ਤੋਂ, ਕਿਉਂਕਿ ਕਿਤੇ ਨਾ ਕਿਤੇ ਉਹ ਮਹਿਸੂਸ ਕਰਦੇ ਆ ਕਿ ਕੁਝ ਗਲਤੀਆਂ ਤਾਂ ਹੋਈਆਂ। ਪਰਿਵਾਰ ਜਦੋਂ ਫਿਰ ਐਡੀ ਵੱਡੀ ਢਾਹ ਲੱਗਦੀ ਹੈ, ਫਿਰ ਮਹਿਸੂਸ ਜ਼ਰੂਰ ਹੁੰਦਾ ਹੈ। ਸੋ ਮੈਨੂੰ ਉਮੀਦ ਹੈ ਕਿ ਉਹਨਾਂ ਤਮਾਮ ਨੂੰ ਮੇਰਾ ਕਿਸੇ ਨਾਲ ਕੋਈ ਫਰਕ ਨਹੀਂ ਹੈ, ਔਰ ਇਹ ਮੇਰੀ ਡਿਊਟੀ ਬਣਦੀ ਹੈ ਕਿ ਉਹਨਾਂ ਸਭ ਨੂੰ ਨਾਲ ਲੈ ਕੇ ਚੱਲਾਂ ਜਿਨ੍ਹਾਂ ਕੋਲੇ ਬਹੁਤ ਵੱਡਾ ਤਜਰਬਾ ਹੈ। ਮੇਰੇ ਤੋਂ ਵੱਡਾ ਤਜਰਬਾ ਰੱਖਣ ਵਾਲੇ ਲੋਕ ਇਸ ਪਾਰਟੀ ਦੇ ਵਿੱਚ ਹਨ।
ਮੇਰੇ ਤੋਂ ਬਹੁਤ ਵੱਡੀਆਂ ਘਾਲਣਾ ਘਾਲਣ ਵਾਲੇ ਲੋਕ, ਜਾਨੀ ਕਿ ਜਿਨ੍ਹਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਆਪਦਾ ਬਹੁਤ ਵੱਡਾ ਯੋਗਦਾਨ ਪਾਇਆ, ਉਹ ਵੀ ਇਸ ਪਾਰਟੀ ਦੇ ਵਿੱਚ ਮੌਜੂਦ ਹਨ। ਮੈਂ ਉਹਨਾਂ ਕੋਲੇ ਘਰ ਘਰ ਜਾ ਰਹੇ ਹਾਂ, ਆਸ਼ੀਰਵਾਦ ਲੈ ਰਹੇ ਹਾਂ, ਉਹਨਾਂ ਦੀਆਂ ਬਲੇਸਿੰਗਸ ਲੈ ਰਹੇ ਹਾਂ, ਉਹਨਾਂ ਤੋਂ ਉਹਨਾਂ ਦਾ ਤਜਰਬੇ ਦੀਆਂ ਸਾਂਝਾਂ ਉਹਨਾਂ ਨਾਲ ਉਹਨਾਂ ਤੋਂ ਸੁਣ ਰਹੇ ਹਾਂ। ਉਮੀਦ ਕਰਦਾ ਹਾਂ ਕਿ ਅਸੀਂ ਆਪਦੇ ਇਸ ਘਰ ਨੂੰ ਜਲਦੀ ਠੀਕ ਕਰ ਲਾਂਗੇ ਔਰ ਫਿਰ ਸਾਡੇ ਵਾਸਤੇ ਹੋਰ ਕੋਈ ਚੁਣੌਤੀ ਨਹੀਂ ਰਹੇਗੀ। ਮੈਂ ਆਵਾਂਗਾ, ਜਿੱਦਾਂ ਤੁਸੀਂ ਮਿਲ ਰਹੇ ਹੋ ਨੇਤਾਵਾਂ ਨੂੰ, ਉਸ ਗੱਲ ਤੇ ਵੀ ਆਵਾਂਗਾ। ਪਰ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਆਪ ਕਰ ਰਹੇ ਹੋ, ਬੜੀ ਬੇਬਾਕੀ ਦੇ ਨਾਲ ਹਮੇਸ਼ਾ ਤੁਸੀਂ ਬੋਲਦੇ ਹੋ। ਤੁਸੀਂ ਪ੍ਰਧਾਨ ਬਣੇ ਹੋ, ਹੁਣ ਪਾਰਟੀ ਨੂੰ ਤੁਸੀਂ ਦਾਅਵਾ ਕਰ ਰਹੇ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਵੀ ਇੱਕ ਵਧੀਆ ਪਰਫਾਰਮੈਂਸ ਦੇਣੀ ਪਏਗੀ। ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਇਹ ਗਲਤੀਆਂ ਸੀਗੀਆਂ, ਹੁਣ ਇੱਥੋਂ ਹੀ ਮੈਂ ਠੀਕ ਕਰਨੀ ਸ਼ੁਰੂ ਕਰਨੀ ਹੈ? ਤੇ ਮੈਨੂੰ ਵਿਸਤਾਰ ਨਾਲ ਤੁਸੀਂ ਦੱਸ ਸਕਦੇ ਹੋ ਕਿ ਗਲਤੀਆਂ ਕੀ ਨੇ, ਕਿਹੜੀਆਂ ਗਲਤੀਆਂ ਨੂੰ ਤੁਸੀਂ ਫੜ ਰਹੇ ਹੋ, ਕਿਹੜੀਆਂ ਗਲਤੀਆਂ ਹੁਣ ਦੂਰ ਕਰੋਗੇ, ਕਿਹੜੀਆਂ ਚੀਜ਼ਾਂ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਕਰਨੀਆਂ ਨੇ ਤੁਸੀਂ? ਮੈਂ ਜਦੋਂ ਇੱਕ ਗੱਲ ਕਵਾਂ ਕਿ ਜਦੋਂ ਮੈਂ ਇਹ ਕਹਿ ਰਿਹਾ ਕਿ ਆਪਦੇ ਘਰ ਨੂੰ ਸੁਧਾਰਨ ਦੀ ਲੋੜ ਹੈ, ਤੇ ਉਹਦੇ ਵਿੱਚ ਘਰ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ। ਸੋ ਜੇ ਘਰ ਨੂੰ ਸਿਸਟਮੈਟਿਕਲੀ ਤੁਸੀਂ ਸੈਟਅਪ ਕਰ ਲਿਆ ਤਾਂ ਫਿਰ ਮੈਂ ਉਹ ਇੱਕ ਚੀਜ਼ ਗਿਣਾਵਾਂਗਾ ਤਾਂ ਬੜਾ ਲੰਬਾ ਹੋ ਜਾਏਗਾ। ਔਰ ਘਰ ਨੂੰ ਠੀਕ ਕਰਨਾ ਮਤਲਬ ਕਈ ਐਸੀ ਚੀਜ਼ਾਂ ਹੈ ਜਿਹੜੀਆਂ ਠੀਕ ਕਰਨ ਵਾਲੀਆਂ ਇਨ ਹਾਊਸ ਕਾਂਗਰਸ ਦੇ ਵਿੱਚ। ਹਾਈ ਕਮਾਂਡ ਦੀ ਤਾਂ ਬੜੀ ਸਪੋਰਟ ਨਜ਼ਰ ਆ ਰਹੀ ਹੈ ਤੁਹਾਨੂੰ। ਪਹਿਲੇ ਦਿਨ ਹੀ ਜਿਹੜੇ ਵੀ ਤੁਹਾਡੇ ਖਿਲਾਫ ਆਵਾਜ਼ ਉੱਠ ਰਹੀ ਹੈ, ਇਦਾਂ ਦਾ ਐਕਸ਼ਨ ਤਾਂ ਨਹੀਂ ਕਦੀ ਦੇਖਿਆ? ਡਿਸਪਲਿਨਰੀ ਕਮੇਟੀਆਂ ਬਣੀਆਂ ਹੁੰਦੀਆਂ ਸੀ, ਕਾਂਗਰਸ ਦੀ ਤਾਂ ਰਵਾਇਤ ਰਹਿੰਦੀ ਸੀਗੀ ਨੋਟਿਸ ਜਾਣੇ, ਐਕਸ਼ਨ ਨਹੀਂ ਹੋਣਾ। ਪਰ ਤੁਹਾਡੇ ਪ੍ਰਧਾਨਗੀ ਤੋਂ ਬਾਅਦ ਬੜੇ ਐਕਸ਼ਨ ਮੋਡ ਦੇ ਵਿੱਚ ਆ ਗਈ ਹਾਈ ਕਮਾਂਡ ਵੀ। ਦੇਖੋ, ਕ੍ਰਿਟਿਸਿਜ਼ਮ ਹੋਣਾ ਚਾਹੀਦਾ ਐਂਡ ਪਾਰਟੀ ਫੋਰਮ ਤੇ ਹੋਣਾ ਚਾਹੀਦਾ। ਮੇਰੇ ਖਿਲਾਫ ਕੋਈ ਗੱਲ ਹੈ, ਬਿਲਕੁਲ ਉਸ ਗੱਲ ਨੂੰ ਰੱਖਣਾ ਚਾਹੀਦਾ। ਇਹ ਨਹੀਂ ਕਿ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ ਤਾਂ ਉਹ ਰੱਖਣੀ ਨਹੀਂ ਚਾਹੀਦੀ। ਪਰ ਜਿਹੜੀ ਰਵਾਇਤ ਬਣ ਗਈ ਹੈ ਕਿ ਚਿੱਠੀ ਸੋਨੀਆ ਜੀ ਨੂੰ ਲਿਖਣੀ ਹੈ, ਹਜੇ ਉਹਨੂੰ ਪੋਸਟ ਕਰਨਾ ਨਹੀਂ, ਲੇਕਿਨ ਉਹ ਨਿਊਜ਼ ਚੈਨਲ ਤੇ ਦੇ ਦੇਣੀ ਹੈ। ਤੇ ਹਰ ਵਿਅਕਤੀ ਕਈ ਵਾਰੀ ਆਪਣਾ ਮਨ ਬਣਾ ਕੇ ਬੈਠਾ ਹੁੰਦਾ, ਉਹ ਜੋ ਮਰਜ਼ੀ ਬੋਲ ਰਿਹਾ ਹੈ। ਸੋ ਇਹ ਨਹੀਂ ਹੋਣਾ ਚਾਹੀਦਾ। ਅਗਰ ਮੇਰੇ ਖਿਲਾਫ ਕੋਈ ਗਿਲਾ ਹੈ, ਸ਼ਿਕਵਾ ਹੈ, ਕੋਈ ਕੰਪਲੇਂਟ ਹੈ, ਉਹਦਾ ਸਿਸਟਮ ਹੈ, ਹਾਇਰਾਰਕੀ ਹੈ। ਹੁਣ ਪੁਲਿਸ ਫੋਰਸ ਹੈ, ਉਹਦੇ ਵਿੱਚ ਵੀ ਇੱਕ ਡਿਸਪਲਿਨ ਫੋਰਸ ਹੈ। ਸ਼ਿਕਾਇਤਾਂ ਬੋਲਣ ਲੱਗ ਪਏ ਫਲਾਂ ਡੀਜੀ ਫਲਾਂ ਐਸਐਸਪੀ, ਉਹਦਾ ਸਿਸਟਮ ਹੈ। ਸੋ ਜਦੋਂ ਵੀ ਤੁਹਾਡੇ ਇਸ ਚੈਨਲ ਤੇ ਹੀ ਸਿਸਟਮ ਹੈ ਕਿ ਅਗਰ ਕੋਈ ਉਹਦੀ ਗਲਤੀ ਹੈ ਉਹਨੂੰ ਮਾਪ ਲਿਆ ਜਾਵੇ, ਉਹਨੂੰ ਘਰ ਦੇ ਵਿੱਚ ਸੁਣ ਲਿਆ ਜਾਵੇ। ਅਗਰ ਗਲਤੀ ਹੈ, ਵਾਕਈ ਬੰਦਾ ਖਰਾਬ ਕਰ ਰਿਹਾ ਤਾਂ ਉਹਨੂੰ ਸ਼ੰਟ ਆਊਟ ਕਰ ਦਿੱਤਾ ਜਾਵੇ। ਸੋ ਮੇਰਾ ਖਿਆਲ ਉਹਨਾਂ ਨੂੰ ਉਹ ਸਿਸਟਮ ਨਹੀਂ ਅਪਣਾਏ ਗਏ। ਮੈਂ ਬੇਨਤੀ ਕਰਾਂਗਾ ਉਹਨਾਂ ਲੋਕਾਂ ਨੂੰ, ਮੈਂ ਕਿਸੇ ਨੂੰ ਵੀ ਨਹੀਂ ਪਾਰਟੀ ਦੇ ਵਿੱਚੋਂ ਬਾਹਰ ਭੇਜਣਾ ਚਾਹੁੰਦਾ, ਬਿਕੋਜ਼ ਹਰ ਵਿਅਕਤੀ ਦੀ ਲੋੜ ਹੈ, ਛੋਟੇ ਤੋਂ ਛੋਟੇ ਦੀ ਲੋੜ ਹੈ। ਮੈਂ ਉਹਦੇ ਚਰਨੀ ਹੱਥ ਲਾ ਕੇ ਉਹਦੀ ਮਿਹਨਤ ਕਰ ਸਕਦਾ ਹੈ। ਮੇਰੀ ਕੋਈ ਈਗੋ ਪ੍ਰੋਬਲਮ ਨਹੀਂ ਹੈ, ਕਿਉਂਕਿ ਮੇਰਾ ਫਰਜ਼ ਬਣਦਾ ਬਤੌਰ ਪ੍ਰਧਾਨ ਕਿ ਮੈਂ ਹਰ ਵਿਅਕਤੀ ਕੋਲੇ ਜਾਵਾਂ। ਜਿਸ ਵਿਅਕਤੀ ਨੂੰ ਮੇਰੇ ਨਾਲ ਗਿਲਾ ਹੈ, ਮੈਂ ਉਹਨੂੰ ਹੱਥ ਜੋੜ ਕੇ ਉਹ ਗਿਲਾ ਦੂਰ ਕਰਾਂ। ਮੇਰਾ ਫਰਜ਼ ਬਣਦਾ ਜਿਹੜੀ ਤੁਸੀਂ ਸੋ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਜਕਾਲ ਦਰਮਿਆਨ ਕੋਈ ਵਿਅਕਤੀ ਕਾਂਗਰਸ ਪਾਰਟੀ ਤੋਂ ਬਾਹਰ ਜਾਵੇ। ਮੈਂ ਤਾਂ ਚਾਹੁੰਦਾ ਜੇ ਪਰਿਵਾਰ ਵੱਡਾ ਹੋ ਸਕਦਾ, ਇਹਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਨਾ ਕਿ ਤੋੜਨ ਦੀ ਕੋਸ਼ਿਸ਼। ਪਰਿਵਾਰ ਦੇ ਵਿੱਚ ਆਪਾਂ ਵੀ ਸਮਝਦੇ ਹਾਂ ਇੱਕ ਕਮੀ ਉਹੀ ਹੈ ਕਾਂਗਰਸ ਦੇ ਪਰਿਵਾਰ ਦੇ ਵਿੱਚ, ਗੁੱਟਬਾਜੀ, ਔਰ ਹਜੇ ਵੀ ਉਹ ਝਲਕਦੀ ਨਜ਼ਰ ਆ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਮੈਂ ਨਾਲ ਲੈ ਕੇ ਚੱਲਣਾ ਚਾਹੁੰਦਾ, ਪਰ ਇੱਕ ਪਾਸੇ ਤੁਸੀਂ ਨੇਤਾਵਾਂ ਦੇ ਨਾਲ ਮੁਲਾਕਾਤ ਕਰ ਰਹੇ ਹੋ, ਦੂਜੇ ਪਾਸੇ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਲੀਡਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ। ਜਦੋਂ ਉਹ ਪ੍ਰਧਾਨ ਬਣੇ ਸੀ, ਮੈਨੂੰ ਯਾਦ ਹੈ ਕਿ ਤੁਸੀਂ ਗੱਡੀ 'ਚ ਉਹਨਾਂ ਨੂੰ ਨਾਲ ਲਿਜਾ ਕੇ ਹਰ ਲੀਡਰ ਦੇ ਘਰ ਵੀ ਲਿਜਾਂਦੇ ਰਹੇ ਹੋ। ਅੰਮ੍ਰਿਤਸਰ ਤੁਸੀਂ ਵੀ ਗਏ ਹੋ, ਪਰ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਜਾਂ ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਤੁਹਾਨੂੰ ਕੋਈ ਮੁਬਾਰਕਾਂ ਵੀ ਦਿੱਤੀਆਂ ਨੇ। ਨਹੀਂ, ਉਹਨਾਂ ਨੇ ਟਵਿੱਟਰ ਤੇ ਮੁਬਾਰਕਬਾਦ ਦਿੱਤੀ। ਉਸ ਤਰ੍ਹਾਂ ਸਾਡੀ ਗੱਲ ਨਹੀਂ ਹੋ ਸਕੀ, ਕਿਉਂਕਿ ਜਨਤਾ ਨੂੰ ਔਰ ਹਮੇਸ਼ਾ ਸੱਚ ਦੱਸਣਾ ਚਾਹੀਦਾ, ਔਰ ਜਿੰਨਾ ਤੁਸੀਂ ਸੱਚ ਨੂੰ ਅਪਣਾ ਲਓਗੇ ਉਹਨਾਂ ਤੁਹਾਡਾ ਜੀਵਨ ਸੌਖਾ ਰਹਿੰਦਾ ਹੈ। ਜਿੱਥੋਂ ਤੱਕ ਤੁਸੀਂ ਮੇਰੀ ਗੱਲ ਰਹੀ, ਮੈਂ ਪ੍ਰਤਾਪ ਸਿੰਘ ਬਾਜਵਾ ਬਣੇ ਪ੍ਰਧਾਨ, ਮੈਂ ਉਹਨਾਂ ਦੇ ਨਾਲ, ਸੁਨੀਲ ਜਾਖੜ ਸਾਹਿਬ ਬਣੇ, ਮੈਂ ਉਹਨਾਂ ਦੇ ਨਾਲ, ਉਹ ਕਾਰਜਕਾਲ ਛੱਡ ਕੇ ਗਏ, ਮੈਂ ਉਹਨਾਂ ਵਾਸਤੇ ਵੀ ਬਹੁਤ ਖੂਬਸੂਰਤ ਲਿਖਿਆ, ਟਵੀਟ ਲਿਖਿਆ ਕਿ ਜਾਖੜ ਸਾਹਿਬ ਦਾ ਕਾਰਜਕਾਲ ਬਹੁਤ ਸੋਹਣਾ ਰਿਹਾ। ਤੁਸੀਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਦੇਖ ਲਓ, ਕਦੇ ਕੋਈ ਉਹ ਚਲੇ ਗਏ ਸੀ, ਛੱਡ ਗਏ ਸੀ, ਬੜੇ ਲੋਕ ਬੋਲੇ ਹੋਣਗੇ। ਨਵਜੋਤ ਸਿੰਘ ਸਿੱਧੂ ਆਏ, ਕੈਪਟਨ ਅਮਰਿੰਦਰ ਸਿੰਘ ਨਾਲ ਚੱਲੇ। ਨਵਜੋਤ ਸਿੰਘ ਸਿੱਧੂ ਆਏ, ਚੱਪਲਾਂ 'ਚ ਹੀ ਚਲੇ ਗਏ, ਕਿਉਂਕਿ ਚਾਹ ਚੜਿਆ ਕਿ ਸਾਨੂੰ ਇੱਕ ਨਵਾਂ ਪ੍ਰਧਾਨ ਮਿਲਿਆ ਔਰ ਜਿਹੜਾ ਪੰਜਾਬ ਕਾਂਗਰਸ ਦੀ ਬਾਂਹ ਫੜਨਗੇ, ਕੰਮ ਕਰਨਗੇ।
ਐਂਡ ਮੈਨੂੰ ਲੱਗਦਾ ਉਸੇ ਚਾਅ ਦਾ ਨਤੀਜਾ ਹੈ ਕਿ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਪਾਪ ਨਹੀਂ ਹੈ, ਹੂੰ ਕੋਈ ਮਨਮਟਾਵ ਨਹੀਂ ਹੈ, ਕੋਈ ਇਨਸਿਕਿਉਰਿਟੀ ਨਹੀਂ ਹੈ, ਹੂੰ ਕੋਈ ਇਹ ਨਹੀਂ ਹੈ ਕਿ ਫਲਾਂ ਬੰਦਾ ਨੂੰ ਬਣਾਤਾ ਤਾਂ ਫਿਰ ਸਾਡਾ ਕੀ ਹੋਏਗਾ। ਔਰ ਜਿੰਨਾ ਚਿਰ ਤੁਸੀਂ ਮਨ 'ਚ ਇਨਸਿਕਿਉਰਿਟੀ ਰੱਖੋਗੇ ਰੱਬ ਤੁਹਾਡਾ ਸਾਥ ਨਹੀਂ ਦੇਗਾ। ਹੂੰ ਮੈਨੂੰ ਇਹ ਗੱਲ ਮੇਰੇ ਮਨ ਨੂੰ ਜਚੀ ਵੀ ਹੈ ਕਿ ਜਿੰਨਾ ਤੁਹਾਡਾ ਮਨ ਸਾਫ਼ ਹੋਏਗਾ, ਕੋਈ ਤੁਹਾਨੂੰ ਢਾਉਣ ਦੀ ਕੋਸ਼ਿਸ਼ ਕਰੇ ਰੱਬ ਤੁਹਾਡੀ ਮਦਦ ਕਰਦਾ ਰਹੇਗਾ। ਸੋ ਸ਼ਾਇਦ ਉਸੇ ਚੀਜ਼ ਦਾ ਨਤੀਜਾ ਹੈ ਜਿਹੜਾ ਮੈਂ ਹਰੇਕ ਵਿਅਕਤੀ ਦਾ ਚਾਅ ਕੀਤਾ ਹੂੰ ਕਿ ਬਈ ਸਿੱਧੂ ਸਾਹਿਬ ਆਏ, ਉਹਨਾਂ ਦਾ ਬਥੇਰਾ ਚਾਅ ਹੂੰ ਅੱਜ ਵੀ ਹੈ, ਵੱਡੇ ਭਰਾ ਨੇ। ਹੂੰ ਉਸੇ ਕਰਕੇ ਰਾਜਾ ਵੜਿੰਗ 42 ਸਾਲਾਂ ਦੀ ਉਮਰ 'ਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ। ਇਹ ਕੋਈ ਛੋਟੀ ਗੱਲ ਹੈ। ਇਹ ਤਾਂ ਸੋ ਇਸ ਦੇ ਬਾਵਜੂਦ ਵੀ ਹੂੰ ਮੈਂ ਆਪਦੇ ਮਨ ਵਿੱਚ ਕੋਈ ਦੁਬਦਾ ਰੱਖਾਂ, ਇਨਸਿਕਿਉਰਿਟੀ ਰੱਖਾਂ, ਫਿਰ ਬਾਬੇ ਨਾਨਕ ਨੇ ਮਾਫ ਨਹੀਂ ਕਰਨਾ। ਇਹ ਤਾਂ ਤੁਹਾਡੇ ਕਿਰਦਾਰ ਦੀ ਗੱਲ ਹੋਗੀ, ਪਰ ਨਵਜੋਤ ਸਿੰਘ ਸਿੱਧੂ ਦੀ ਕਮੀ ਤਾਂ ਖਲਦੀ ਹੋਊਗੀ, ਲੋੜ ਤੇ ਹੋਏਗੀ। ਤੁਸੀਂ ਉਹਨਾਂ ਦੇ ਸਾਰੇ ਲੀਡਰਾਂ ਦੇ ਘਰ ਨਾ ਚਲੇ ਕੇਵਲ ਗਏ। ਨਵਜੋਤ ਸਿੰਘ ਸਿੱਧੂ ਦੀ ਲੋੜ ਹੈ, ਮੈਂ ਤੁਹਾਨੂੰ ਕਿਹਾ ਕਿ 1-2 ਵੋਟਾਂ ਵਾਲਾ ਵਿਅਕਤੀ ਹੂੰ ਜਿਹੜਾ ਆਪਦੇ ਖੋਖੇ ਤੇ ਕਾਂਗਰਸ ਪਾਰਟੀ ਦਾ ਝੰਡਾ ਲਾਉਂਦਾ ਹੈ, ਇਸ ਕਾਂਗਰਸ ਪਾਰਟੀ ਨੂੰ ਉਹਦੀ ਵੀ ਲੋੜ ਹੈ। ਤੇ ਰਾਜਾ ਤੁਹਾਡੀ ਵੜਿੰਗ ਪ੍ਰਧਾਨਗੀ ਨੂੰ ਨੁਕਸਾਨ ਨਹੀਂ ਹੁੰਦਾ ਜਿਵੇਂ ਉਹ ਫਿਰਦੇ ਜਾ ਰਹੇ ਨੇ, ਜਿਵੇਂ ਉਹ ਲੀਡਰਾਂ ਦੇ ਘਰ ਜਾ ਰਹੇ, ਸੁਨੀਲ ਜਾਖੜ ਦੇ ਸਵੇਰੇ ਲਾਲ ਸਿੰਘ ਦੇ ਘਰ ਉਹ ਜਾਂਦੇ, ਸ਼ਾਮੀ ਤੁਸੀਂ ਜਾਂਦੇ ਹੋ। ਮੈਨੂੰ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਕੋਈ ਤੁਸੀਂ ਸੰਪਰਕ ਕਰੋਗੇ ਸਿੱਧੂ ਸਾਹਿਬ ਨਾਲ? ਮੈਂ ਤਾਂ ਹਮੇਸ਼ਾ ਨਾ ਇੱਕ ਵਾਰੀ ਨਹੀਂ 50 ਵਾਰੀ ਕਰਾਂਗਾ। ਹੁਣ ਕੀਤਾ ਪ੍ਰਧਾਨ ਬਣਨ ਤੋਂ ਬਾਅਦ? ਹਾਂ ਮੈਂ ਕੀਤਾ 3-4। ਉਹਨਾਂ ਦਾ ਕੀ ਜਵਾਬ ਸੀ? ਨਹੀਂ, ਗੱਲ ਨਹੀਂ ਹੋ ਸਕੀ। ਉਹਨਾਂ ਦੀ ਮੇਰੇ ਖਿਆਲ ਵਾਈਫ ਵੀ ਢਿੱਲੇ ਸਨ, ਗੱਲ ਨਹੀਂ ਹੋ ਸਕੀ। ਮੈਂ ਤਾਂ ਵਾਰ-ਵਾਰ ਕਰਾਂਗਾ। ਮੈਂ ਤਾਂ ਹਰ ਅੰਤਿਮ ਸਮੇਂ ਤੱਕ, ਅੰਤਿਮ ਕੀ ਜਦੋਂ ਬਿਲਕੁਲ ਦਰਵਾਜ਼ਾ ਬੰਦ ਨਾ ਹੋ ਜੇ ਉਹਨਾਂ ਚ ਕੋਈ ਤਾਂ ਜਵਾਬ ਆਂਦਾ ਹੋਏਗਾ ਉਹਨਾਂ ਵੱਲੋਂ। ਮੇਰਾ ਫਰਜ਼ ਉਹਨਾਂ ਚ ਰਹੇਗਾ ਟਰਾਈ ਕਰਨਾ। ਘਰੇ ਕੋਈ ਵਿਅਕਤੀ ਹੋਵੇ ਉਹਨੂੰ ਇਹ ਦੇਖਭਾਲ ਕਰਨੀ ਹੈ, ਅਸੀਂ ਹਰ ਟਰਾਈ ਕਰਦੇ ਹਾਂ ਉਹਨੂੰ ਠੀਕ ਕਰਨ। ਸੋ ਮੇਰਾ ਇਸ ਪਰਿਵਾਰ ਨੂੰ ਇਕੱਠਾ ਕਰਨ ਦੇ ਵਿੱਚ ਅਗਰ ਰਾਜਾ ਵੜਿੰਗ ਨੂੰ ਕੁਝ ਵੀ ਕਰਨਾ ਪਿਆ, ਮੇਰੇ 'ਚ ਕੋਈ ਹਉਮੈ ਨਹੀਂ ਹੈ। ਮੈਂ ਕਿਸੇ ਦੇ ਚਰਨੀ ਹੱਥ ਵੀ ਲਾ ਸਕਦਾ। ਮੈਂ ਸਿੱਧੂ ਸਾਹਿਬ ਦੇ ਕੀ ਹੋਰ ਕੋਈ ਵਿਅਕਤੀ ਹੈ, ਸਭ ਦੇ ਚਰਨੀ ਹੱਥ ਲਾ ਕੇ ਕਹਿ ਸਕਦੇ ਕਿ ਨਹੀਂ ਕਾਂਗਰਸ ਪਾਰਟੀ। ਤੁਸੀਂ ਬਤੌਰ ਪ੍ਰਧਾਨ ਹੋ, ਕਿਉਂਕਿ ਤੁਸੀਂ ਹਰ ਵਿਅਕਤੀ ਦੀ ਗੱਲ ਕਰ ਰਹੇ ਹੋ। ਮਨਪ੍ਰੀਤ ਬਾਦਲ ਹੁਣਾਂ ਨਾਲ ਜਿਸ ਤਰ੍ਹਾਂ ਤੁਹਾਡੀ ਅਮੂਮਨ ਤੁਸੀਂ ਮੰਨੋ ਨਾ ਮੰਨੋ ਆਪਾਂ ਸਮਝਦੇ ਆ ਰਹੇ ਕਿ ਦੂਰੀਆਂ ਸੀਗੀਆਂ, ਹੁਣ ਬਤੌਰ ਪ੍ਰਧਾਨ ਤੇ ਤੁਹਾਨੂੰ ਹਰ ਕਾਂਗਰਸੀ ਇੱਕੋ ਜਿਹਾ ਨਜ਼ਰ ਆਣਾ ਚਾਹੀਦਾ। ਬਿਲਕੁਲ ਨਹੀਂ ਮੰਨੋ ਨਾ ਮੰਨੋ ਕਹੂੰਗਾ, ਬਿਲਕੁਲ ਦੂਰੀਆਂ ਸੀਗੀਆਂ, ਬਿਲਕੁਲ ਦੂਰੀਆਂ ਸੀਗੀਆਂ। ਪਰ ਅਗਰ ਕੋਈ ਵਿਅਕਤੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਨੂੰ, ਦੇਖੋ ਜੇ ਕਾਂਗਰਸ ਪਾਰਟੀ ਦਾ ਝੰਡਾ ਥੱਲੇ ਕਰਨ ਦੀ ਕੋਈ ਗੱਲ ਕਰੇਗਾ, ਬੇਸ਼ੱਕ ਕੋਈ ਵੀ ਹੋਵੇ, ਉਹਨਾਂ ਨੂੰ ਮਿਲੋਗੇ ਤੁਸੀਂ? ਨਾ ਬੇਸ਼ੱਕ ਉਹ ਸਿੱਧੂ ਸਾਹਿਬ ਵੀ ਹੋਣ, ਫਿਰ ਰਾਜਾ ਵੜਿੰਗ ਸਾਥ ਨਹੀਂ ਦੇਗਾ, ਫਿਰ ਲੜਾਈ ਲੜੇਗਾ। ਪਰ ਜਿੰਨਾ ਚਿਰ ਕਾਂਗਰਸ ਪਾਰਟੀ ਦਾ ਝੰਡਾ, ਰਾਜੇ ਵੜਿੰਗ ਦਾ ਝੰਡਾ ਨਹੀਂ। ਰਾਜਾ ਵੜਿੰਗ ਕੌਣ ਹੈ? ਰਾਜਾ ਵੜਿੰਗ ਤਾਂ ਕੁਝ ਨਹੀਂ ਹੈ। ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਦੀ ਜਿਹੜਾ ਗੱਲ ਕਰੇਗਾ, ਰਾਜਾ ਵੜਿੰਗ ਉਹਦੇ ਜੁੱਤੇ ਵੀ ਆਪਦੇ ਸਿਰ ਤੇ ਰੱਖ ਲਏਗਾ। ਮਨਪ੍ਰੀਤ ਬਾਦਲ ਨੂੰ ਵੀ ਮਿਲੋਗੇ ਆਉਣ ਵਾਲੇ ਦਿਨਾਂ ਦੇ ਵਿੱਚ? ਇਹ ਤਾਂ ਰੂਟੀਨ 'ਚ ਜਿੱਦਾਂ ਤੁਸੀਂ ਮਿਲਦੇ ਆ ਰਹੇ ਹੋ, ਬਠਿੰਡਾ ਫੇਰ ਹੀ ਹੋਈ ਰਾਜਾ ਵੜਿੰਗ ਦੀ। ਹਰ ਵਿਅਕਤੀ ਨੂੰ ਬੜੀ ਦਿਲਚਸਪ ਤਸਵੀਰ ਹੋਏਗੀ ਫਿਰ। ਮੈਂ ਤਾਂ ਕਿਹਾ ਛੋਟੇ ਤੋਂ ਛੋਟੇ ਬੰਦੇ ਨੂੰ, ਲੇਕਿਨ ਸ਼ਰਤ ਇਹ ਹੈ ਕਾਂਗਰਸ ਪਾਰਟੀ ਨੂੰ ਕੋਈ ਮਾਰਨ ਦੀ ਗੱਲ ਨਾ ਕਰੇ ਵੀ ਉੱਥੇ ਕਿਸੇ ਕਾਂਗਰਸ ਪਾਰਟੀ ਨੂੰ ਮਾਰਨਾ ਹੈ, ਉੱਥੇ ਕਿਸੇ ਕਾਂਗਰਸ ਪਾਰਟੀ ਨੂੰ ਮਾਰਨਾ ਹੈ। ਬਿਲਕੁਲ ਇਹ ਨਹੀਂ ਹੋਏਗਾ, ਭਾਵੇਂ ਮੇਰਾ ਕੋਈ ਸਾਕ ਸੰਬੰਧੀ ਤੇ ਸਕਾ ਕਿਉਂ ਨਾ ਹੋਵੇ। ਜਿੰਨਾ ਚਿਰ ਸਾਥ ਸਾਹ ਰਹੇਗਾ, ਇਹ ਨਹੀਂ ਵੀ ਇੱਥੇ ਕਾਂਗਰਸ ਜਿੱਤ ਜੇ ਤੇ ਇੱਥੇ ਕਾਂਗਰਸ ਆ ਜੇ, ਇਹ ਨਹੀਂ ਹੋਣ ਦਿਆ, ਇਹ ਨਹੀਂ ਹੋਣ ਦਿਆ। ਇਹ ਹਾਈ ਕਮਾਂਡ ਨੂੰ ਤੁਸੀਂ ਪੂਰੀ ਫੀਡਬੈਕ ਦੇ ਰਹੇ ਹੋ ਜੋ ਇਸ ਵੇਲੇ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਜਾਂ ਹਾਈ ਕਮਾਂਡ ਨੇ ਕੀ ਕਿਹਾ ਤੁਹਾਨੂੰ? ਕਿਉਂਕਿ ਇਹੋ ਜਿਹੀ ਸਥਿਤੀ ਦੇ ਵਿੱਚ ਹਾਈ ਕਮਾਂਡ ਜਦੋਂ ਤੁਹਾਨੂੰ ਪ੍ਰਧਾਨ ਬਣਾਇਆ, ਜਦੋਂ ਹੁਣ ਤੁਹਾਡੀ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਹੋਈ, ਜਿੰਨੀ ਸਖਤ ਹਾਈ ਕਮਾਂਡ ਨਜ਼ਰ ਆ ਰਹੀ ਹੈ, ਹੁਣ ਤੁਹਾਨੂੰ ਕੀ ਕਹਿੰਦੇ, ਕਿਸ ਤਰ੍ਹਾਂ ਕੰਮ ਕਰੋ, ਕੀ ਤੁਹਾਨੂੰ ਥਾਪੀ ਦਿੱਤੀ ਉਹਨਾਂ ਨੇ? ਕੋਈ ਥਾਪੀ ਨਹੀਂ ਦਿੱਤੀ। ਰਾਹੁਲ ਗਾਂਧੀ ਜੀ ਇਹ ਕਹਿੰਦੇ ਕਿ ਸਭ ਨੂੰ ਸਾਥ ਲੈ ਕੇ ਚੱਲੋ, ਕੋਈ ਮੈਨੂੰ ਕੋਈ ਐਕਸਟਰਾ ਥਾਪੀ ਨਹੀਂ ਹੈ। ਜਿਵੇਂ ਆਮ ਲੋਕਾਂ ਨੂੰ ਥਾਪੀ ਪ੍ਰਧਾਨ ਬਣਾਉਂਦੇ ਉਵੇਂ ਮੈਨੂੰ ਬਣਾਇਆ। ਔਰ ਰਾਹੁਲ ਗਾਂਧੀ ਜੀ ਇਹ ਪਸੰਦ ਕਰਦੇ ਆ ਕਿ ਟੀਮ ਨਾਲ ਲੈ ਕੇ ਚੱਲੋ, ਨਾ ਕਿ ਇਕੱਲੇ ਤੁਸੀਂ ਚੱਲੋ। ਅੱਜ ਕੱਲ ਹਰ ਵਿਅਕਤੀ 'ਚ ਇੱਕ ਦਿੱਕਤ ਹੈ, ਉਹ ਵਿਅਕਤੀ ਵਿਸ਼ੇਸ਼ ਨੂੰ ਉੱਪਰ ਕਰਦਾ ਹੈ। ਮੈਂ ਨਹੀਂ ਹੋਣਾ ਚਾਹੀਦਾ ਕਾਂਗਰਸ ਪਾਰਟੀ। ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਉਹ ਵਿਅਕਤੀ ਵਿਸ਼ੇਸ਼ ਵੱਡਾ ਇਸ ਕਰਕੇ ਹੋ ਰਿਹਾ ਕਿ ਉਹਦੇ ਪਿੱਛੇ ਕਾਂਗਰਸ ਪਾਰਟੀ ਖੜੀ ਹੈ। ਰਾਜਾ ਵੜਿੰਗ ਵਿਅਕਤੀ ਵਿਸ਼ੇਸ਼ ਨਾਲ ਨਹੀਂ ਤੁਸੀਂ ਅੱਜ ਮੁਲਾਕਾਤ ਕਰ ਰਹੇ, ਇੰਟਰਵਿਊ ਕਰ ਰਹੇ, ਬੀਇੰਗ ਇਹ ਕਾਂਗਰਸ ਪਾਰਟੀ ਦਾ ਪ੍ਰਧਾਨ ਨਾਲ ਇੰਟਰਵਿਊ ਕਰ ਰਹੇ ਹਾਂ। ਸੋ ਮੈਂ ਕੱਲ ਨੂੰ ਕਹਾਂ ਮੈਂ ਰਾਜਾ ਵੜਿੰਗ, ਆਈ ਐਮ ਨਥਿੰਗ ਵਿਦਆਊਟ ਕਾਂਗਰਸ ਪਾਰਟੀ। ਇਹ ਮੈਂ ਤੁਸੀਂ ਖਤਮ ਕਰੋਗੇ ਹਰ ਕਾਂਗਰਸੀ ਦੇ ਵਿੱਚੋਂ ਵੀ? ਇਹ ਵੈਸੇ ਇਹ ਰੱਬ ਨੂੰ ਮਨਜ਼ੂਰ ਨਹੀਂ ਹੈ।
ਮੇਰਾ ਮੌਜੂਦ ਇਹ ਮੈਂ ਤਾਂ ਰੱਬ ਨੂੰ ਮਨਜ਼ੂਰ ਨਹੀਂ, ਜਿਹਦੇ 'ਚ ਮੈਂ ਆਈ ਉਹ ਗਿਆ ਸਮਝ। ਜਿੱਦੇ ਮੈਂ ਬਾਣੀ 'ਚ ਲਿਖਿਆ ਮੈਂ ਤਾਂ ਜਿਹਨੇ ਮੈਂ ਕੀਤੀ ਉਹ ਕੰਮ ਅਸੀਂ ਸਾਰੇ ਆਪਾਂ ਇਹ ਤੁਸੀਂ ਮੈਂ ਤੁਹਾਡੀ ਇਸ- ਕਿਰਪਾ। ਕਿਉਂਕਿ ਤੁਸੀਂ ਪ੍ਰਧਾਨ ਬਣੇ ਹੋ, ਇਸ ਕਰਕੇ ਮੈਂ ਹਜੇ ਥੋੜਾ ਜਿਹਾ ਹੋਰ ਕਾਂਗਰਸ ਬਾਰੇ ਹੀ ਜਾਣਕਾਰੀ ਲੈਣਾ ਚਾਹਾਂਗਾ। ਜਦੋਂ ਤੁਸੀਂ ਹਾਈ ਕਮਾਂਡ, ਜਦੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਹੋ, ਹਾਈ ਕਮਾਂਡ ਨਾਲ ਮੁਲਾਕਾਤ ਕਰਦੇ ਹੋ, ਉਹ ਵੀ ਇਹ ਸਮਝੇ ਚੀਜ਼ ਨੂੰ ਕਿ ਗੁੱਟਬਾਜੀ ਦਾ ਸ਼ਿਕਾਰ ਹੋ ਗਈ ਸਾਡੀ ਪਾਰਟੀ ਔਰ ਇਹ ਨਤੀਜੇ ਬਦਲ ਗਏ, ਔਰ ਜੋ ਚੀਜ਼ ਪਹਿਲਾਂ ਉਹਨਾਂ ਨੂੰ ਅਲਰਟ ਭੇਜੇ ਜਾਂਦੇ ਸੀ ਉਹ ਨਹੀਂ ਸਮਝ ਪਾਏ ਉਸ ਚੀਜ਼ ਨੂੰ? ਨਹੀਂ, ਐਸੀ ਗੱਲ ਨਹੀਂ ਹੈ। ਉਹ ਕਿਉਂ ਨਹੀਂ ਸਮਝ ਪਾਏ? ਉਹਨਾਂ ਨੂੰ ਹਰ ਤਰੀਕੇ ਦੀ ਜਾਣਕਾਰੀ ਹੈ, ਜਿਨ੍ਹਾਂ ਨੇ ਬਚਪਨ ਤੋਂ ਰਾਜਨੀਤੀ ਦੇਖੀ ਹੈ। ਬਟ ਕਈ ਵਾਰੀ ਪੋਲੀਟੀਕਲ ਮਜਬੂਰੀਆਂ, ਪੋਲੀਟੀਕਲ ਦਿੱਕਤਾਂ, ਹਰ ਚੀਜ਼ ਦਾ ਪਤਾ ਹੁੰਦਾ ਹੈ। ਕਈ ਵਾਰੀ ਬਾਪ ਉਦਾਹਰਨ ਦਿੰਦਾ ਹੈ, ਉਦਾਹਰਨ ਬੱਚਾ ਡਰੱਗਸ ਲੈਣ ਲੱਗ ਪਏ ਨਾ ਤੇ ਮਾਂ-ਬਾਪ ਨੂੰ ਪਤਾ ਹੁੰਦਾ ਹੈ, ਲੇਕਿਨ ਬੇਵਸ ਹੋ ਜਾਂਦਾ ਹੈ। ਕਈ ਵਾਰੀ ਬੇਵਸ ਹੋ ਜਾਂਦੇ ਹੈ। ਪਤਾ ਹੈ ਕਈ ਮਜਬੂਰੀਆਂ, ਕੋਈ ਸਮਾਂ ਨਹੀਂ, ਐਸਾ ਸਮਾਂ ਢੁਕਮਾ ਨਹੀਂ ਮਿਲਦਾ ਕਿ ਪਾਰਟੀ ਨੂੰ ਰਿਐਕਟ ਕਰਨਾ ਪਵੇ ਜਾਂ ਕੁਝ ਕਰਨਾ ਪਵੇ। ਢੁਕਮਾ ਸਮਾਂ ਮਿਲਦਾ ਹੈ। ਰਾਹੁਲ ਗਾਂਧੀ ਜੀ ਹਮੇਸ਼ਾ ਛਾਤੀ ਤਾਣ ਕੇ ਖੜੇ ਹੋ ਜਾਂਦੇ। ਹਾਰ ਦੀ ਜ਼ਿੰਮੇਵਾਰੀ ਦੀ ਤੈਅ ਜਦੋਂ ਕਰਨ ਦੀ ਗੱਲ ਆਈ ਤਾਂ ਨਵਜੋਤ ਸਿੰਘ ਸਿੱਧੂ ਦਾ ਤਾਂ ਅਸਤੀਫਾ ਹੋ ਗਿਆ। ਕੁਝ ਲੀਡਰਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਨਹੀਂ ਵਧੀਆ ਸੀਗੀ, ਉਹ ਬੱਕਰੀਆਂ ਚਾਹੁੰਦੇ ਰਹੇ ਤਾਂ ਉਹਦੇ ਕਰਕੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਤੁਸੀਂ ਤੇ ਬਤੌਰ ਮੰਤਰੀ ਰਹੇ, ਉਹਨਾਂ ਦੇ ਨਾਲ ਕੈਬਨਿਟ ਮੰਤਰੀ ਰਹੇ ਹੋ, ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਵਧੀਆ ਨਹੀਂ ਸੀਗੀ ਜਿਸ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ? ਇਹ ਕਾਂਗਰਸ ਪਾਰਟੀ ਨੇ ਪਿਛਲੇ ਜਿਹੜੀ 111 ਦਿਨ ਦੀ ਸਰਕਾਰ ਰਹੀ, ਬਹੁਤ ਚੰਗੇ ਕੰਮ ਕੀਤੇ, ਬਹੁਤ ਚੰਗੇ ਕੰਮ ਕੀਤੇ। ਮੁੱਖ ਮੰਤਰੀ ਚੰਨੀ ਸਾਹਿਬ ਸੀਗੇ, ਕੋਈ ਐਸੀ ਗੱਲ ਕਮੀ ਛੱਡੀ ਨਹੀਂ। ਹਾਂ, ਕਮੀਆਂ ਜਿਹੜੀਆਂ ਸੀਗੀਆਂ ਉਹ ਸੀਗੀਆਂ, ਉਸੇ ਕਮੀਆਂ ਦੇ ਕਰਕੇ ਅਸੀਂ ਅੱਜ ਸੱਤਾ ਸਰਕਾਰ ਤੋਂ ਬਾਹਰ ਬੈਠੇ। ਕੈਪਟਨ ਅਮਰਿੰਦਰ ਸਿੰਘ ਨੂੰ ਮਿਸ ਕਰਦੇ ਹੋ? ਨਹੀਂ, ਕਦੇ ਨਹੀਂ ਕਰਦਾ, ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ। ਆਮ ਛੋਟੇ ਲੀਡਰ ਨੂੰ ਵੀ ਮਿਸ ਕਰਦਾ ਹੈ ਜਿਹੜੇ ਪਾਰਟੀ ਛੱਡ ਕੇ ਚਲੇ ਗਏ। ਕੋਈ ਆਮ ਵਿਅਕਤੀ, ਕਈ ਲੀਡਰਾਂ ਨੇ ਬੋਲਿਆ, ਕਹਿੰਦੇ ਜੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਤੇ ਸ਼ਾਇਦ ਇਹ ਸਥਿਤੀ ਨਾ ਬਣਦੀ। ਨਹੀਂ, ਫਿਰ 18 ਵੀ ਨਹੀਂ ਆਉਣੀਆਂ ਸੀ, 18 ਵੀ ਨਹੀਂ ਆਉਣੀਆਂ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਨਹੀਂ ਮਿਸ ਕਰਦਾ, ਬਹੁਤ ਟਾਲ ਲੀਡਰ ਰਹੇ ਹੈ, ਬਹੁਤ ਸਤਿਕਾਰਯੋਗ ਰਹੇ ਹੈ, ਅਸੀਂ ਬੜਾ ਸਤਿਕਾਰ ਕਰਦੇ ਹਾਂ। ਐਜ਼ ਏ ਮੈਨ ਮੈਂ ਹਰ ਵਿਅਕਤੀ ਦਾ ਸਤਿਕਾਰ ਕਰਦੇ ਹਾਂ, ਲੇਕਿਨ ਜਿਸ ਤਰ੍ਹਾਂ ਪਾਰਟੀ ਨੂੰ ਛੱਡ ਕੇ ਚਲੇ ਗਏ ਤਾਂ ਬਿਹਤਰ ਸੀਗਾ। ਸਟੇਟਸਮੈਨ ਹੈ ਕੈਪਟਨ ਅਮਰਿੰਦਰ ਸਿੰਘ, ਘਰ ਬੈਠ ਜਾਂਦੇ, ਫਿਰ ਕੋਹਲੀ ਸਾਹਿਬ ਤੋਂ ਹਾਰਨ ਦੀ ਲੋੜ ਨਹੀਂ ਸੀ। ਬਟ ਰੱਬ ਨੇ ਕਰਾਉਣਾ ਸੀ। ਉਹਨਾਂ ਨੇ ਕਿਹਾ ਮੈਂ ਤਾਂ ਪਾਰਟੀ ਤੋੜ ਦਿਆਂਗਾ, ਮੈਂ ਤੁਹਾਨੂੰ ਨਵੀਂ ਪਾਰਟੀ ਖੜੀ ਕਰਕੇ ਦਿਖਾਵਾਂਗਾ। ਮੈਂ ਉਹ 8 ਸੈਕਟਰ 'ਚ ਕੱਲ ਪਰਸੋਂ ਗਿਆ ਸੀ, ਉਹਨਾਂ ਦਾ ਦਫ਼ਤਰ ਨੂੰ ਤਾਲੇ ਲੱਗੇ ਸੀ, ਉੱਤੇ ਲਿਖਿਆ ਸੀ ਉਹਨਾਂ ਦੀ ਪਾਰਟੀ ਦਾ ਨਾਮ। ਮੈਨੂੰ ਬੜਾ ਅਫਸੋਸ ਹੋਇਆ ਕਿ ਜਿਸ ਬੰਦਾ 10 ਸਾਲ ਪੰਜਾਬ ਦਾ, 9.5 ਸਾਲ ਮੁੱਖ ਮੰਤਰੀ ਕਾਂਗਰਸ ਪਾਰਟੀ ਦਾ ਰਿਹਾ ਹੋਵੇ, ਇਹ ਹਾਲ ਹੋਵੇ। ਔਰ ਨਹੀਂ ਕਰਨਾ ਚਾਹੀਦਾ ਸੀ ਇਸ ਉਮਰ 'ਚ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣਾਵ ਨਹੀਂ ਲੜਨਾ ਚਾਹੀਦਾ ਸੀ ਇਸ ਉਮਰ 'ਚ। ਪਰ ਉਹ ਫਿਰ ਮੈਂ ਤੁਹਾਨੂੰ ਦੱਸਿਆ ਨਾ, ਰੱਬ ਬੜੀ ਚੀਜ਼ ਹੈ, ਕਰਮ ਬੜੀ ਚੀਜ਼ ਹੈ, ਉਹ ਕਮਾ ਕੇ ਲੈ ਕੇ ਆਉਂਦਾ ਉੱਥੇ। ਚਲੋ, ਮੈਂ ਤੁਹਾਨੂੰ ਪਾਰਟੀ ਤੋਂ ਬਾਹਰ ਲੈ ਕੇ ਆਂਦਾ ਕਿਉਂਕਿ ਸੂਬੇ ਦੇ ਪ੍ਰਧਾਨ ਬਣ ਕੇ ਬੜੀ ਵੱਡੀ ਚੁਣੌਤੀ ਹੈ। ਜਿਹੜੀ ਪਾਰਟੀ ਨੂੰ ਲੋਕਾਂ ਦਾ ਮੈਂਡੇਟ ਦਿੱਤਾ, 92 ਉਹਨਾਂ ਦੇ ਐਮਐਲਏ ਬਣ ਗਏ, ਜਿਸ ਸਰਕਾਰ ਦੇ ਨਾਲ ਹੁਣ ਤੁਹਾਡੀ ਲੜਾਈ ਹੈ। ਬਾਦਲਾਂ ਨੂੰ ਤਾਂ ਤੁਸੀਂ ਅਕਸਰ ਜ਼ਿਕਰ ਕਰਦੇ ਰਹੇ ਹੋ ਕਿ ਮੈਂ ਹਰਾ ਲਿਆ। ਇਸ ਪਾਰਟੀ ਨੂੰ ਤੁਸੀਂ ਜਾਂ ਇਸ ਸਰਕਾਰ ਨੂੰ ਤੁਸੀਂ ਕਿਵੇਂ ਘੇਰਨ ਦੀ ਤਿਆਰੀ, ਕੀ ਤੁਹਾਡੀ ਯੋਜਨਾ ਹੈ? ਬੜੇ ਅਗਰੈਸਿਵ ਨੇ ਹੈ ਵਿਧਾਨ ਸਭਾ 'ਚ, ਜਦੋਂ ਭਗਵੰਤ ਮਾਨ ਨਾਲ ਤੁਹਾਡਾ ਟਾਕਰਾ ਹੁੰਦਾ ਉਦੋਂ ਉਹ ਮਜ਼ਾਕ ਤੁਹਾਡਾ ਬਣਾ ਦਿੰਦੇ ਨੇ। ਬੜੇ ਅਗਰੈਸਿਵ ਜਿਹੇ ਨੇ ਉਹ ਵੀ, ਜਿੱਦਾਂ ਤੁਸੀਂ ਅਗਰੈਸਿਵ ਹੋ ਉਦਾਂ ਹੀ ਅਗਲੀ ਪਾਰਟੀ ਵੀ ਅਗਰੈਸਿਵ ਹੈ। ਕੋਈ ਯੋਜਨਾ ਨਹੀਂ ਹੈ, ਕੋਈ ਯੋਜਨਾ ਨਹੀਂ ਹੈ। ਯੋਜਨਾ ਉਹਨਾਂ ਨੂੰ ਬਣਾਈ ਜਾਂਦੀ ਹੈ, ਕਾਰਪੋਰੇਸ਼ਨ ਤੱਕ ਤਾਂ ਤੁਸੀਂ ਦਾਅਵਾ ਕਰ ਰਹੇ ਹੋ ਕਿ ਮੈਂ ਕਾਰਪੋਰੇਸ਼ਨਾਂ ਦੇ ਵਿੱਚ ਪਰਫਾਰਮ ਵਧੀਆ ਕਰਨਾ। ਯੋਜਨਾ ਉਹਨਾਂ ਵਾਸਤੇ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਤੋਂ ਡਰ ਹੋਵੇ। ਬਿਲਕੁਲ ਡਰ ਹੀ ਨਾ, ਆਪਣੇ ਆਪ ਭਾਰ ਨਾਲ ਡਿੱਗ ਪੈਣੇ ਯਾਰ ਜੋ ਹਾਲਾਤ ਨੇ। ਮੇਰਾ ਮਜ਼ਾਕ ਕੀ ਬਣਾਇਆ, ਉਹਨਾਂ ਨੇ ਛੁੱਟੀ ਅਨਾਉਂਸ ਕਰਤੀ ਭਗਤ ਸਿੰਘ ਜੀ ਦੇ ਦਿਹਾੜੇ ਤੇ, ਜਨਮ ਦਿਹਾੜੇ ਦੇ। ਮੈਂ ਉਹਨਾਂ ਨੂੰ ਕਿਹਾ ਵੀ ਛੁੱਟੀ ਅਨਾਉਂਸ ਨਾ ਕਰੋ, ਤੁਸੀਂ ਬਿਹਤਰ ਹੋਏਗਾ ਕਿ ਇਸ ਦਿਨ ਭਗਤ ਸਿੰਘ ਦੇ ਬਾਰੇ ਸਾਨੂੰ ਪੁੱਛਿਆ ਜਾਵੇ, ਸਾਨੂੰ ਸਮਝਾਇਆ ਦੱਸਿਆ ਜਾਵੇ ਕੀ ਗੱਲ ਨਾ ਕਰ ਲਈ, ਕਿੱਥੇ ਕਿੱਥੇ ਰਹੇ। ਤੁਹਾਨੂੰ ਨਹੀਂ ਭਗਤ ਸਿੰਘ ਜੀ ਦੀ ਪੂਰੀ ਸਟੋਰੀ ਪਤਾ ਹੋਣੀ, ਮੈਨੂੰ ਨਹੀਂ ਪਤਾ ਹੋਣੀ, ਬੱਚੇ ਛੋਟਿਆਂ ਨੂੰ ਬਿਲਕੁਲ ਹੀ ਨਹੀਂ ਪਤਾ ਹੋਣੀ। ਚੀਫ ਮਿਨਿਸਟਰ ਨੇ ਕਿਹਾ ਕਿ ਦੱਸੋ ਉਹਨਾਂ ਦਾ ਜਨਮ ਦਿਨ ਕੀ ਸੀਗਾ, ਮੈਨੂੰ ਨਹੀਂ ਚੇਤੇ ਸੀਗਾ। ਆਈ ਥਾਟ ਕਿ ਪਹਿਲਾਂ ਮੈਂ ਸੋਚਦਾ ਸੀ 22 ਨੂੰ ਹੈ, ਫਿਰ ਮੈਂ ਕਿਹਾ ਜਦੋਂ ਸਹੀ ਪਤਾ ਨਾ ਹੋਵੇ ਤਾਂ ਫਿਰ ਬੋਲਣ ਦੀ ਲੋੜ ਨਹੀਂ।
ਫਿਰ ਉਹਨਾਂ ਨੇ 28 ਕਿਹਾ, ਕੇਜਰੀਵਾਲ ਨੇ 27 ਨੂੰ ਟਵੀਟ ਕੀਤਾ ਪਿਆ ਸੀਗਾ। ਹੂੰ ਬੱਚੇ ਦਾ ਵੀ ਜਨਮ ਦਿਨ ਮੈਂ ਆਪਦੇ ਦਾ ਭੁੱਲ ਸਕਦਾ ਕੱਲ ਨੂੰ, ਕਈ ਵਾਰੀ ਹੁੰਦਾ ਆਲ ਆਫ ਸਡਨ ਇਫ ਸਮਬਡੀ ਆਸਕ ਮੀ। ਇਹ ਗੱਲ ਨਹੀਂ ਹੈ, ਇਹ ਮਜ਼ਾਕ ਨਹੀਂ ਹੈ। ਪਰ ਛੁੱਟੀ ਵਾਲੀ ਗੱਲ ਮੇਰਾ ਖਿਆਲ ਭਗਤ ਸਿੰਘ ਜੀ ਹੁੰਦੇ, ਭਗਤ ਸਿੰਘ ਜੀ ਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਸ਼ਹੀਦੀ ਦਿਹਾੜੇ ਤੇ ਜਾਂ ਜਨਮ ਦਿਹਾੜੇ ਤੇ ਛੁੱਟੀ ਕਰਦੀ, ਉਹਨੇ ਕਹਿੰਦੇ ਨਾ, ਮੈਂ ਚਾਹਾਂਗਾ ਕਿ ਉਸ ਦਿਨ 2 ਘੰਟੇ ਲੋਕ ਵੱਧ ਕੰਮ ਕਰਨ, ਡਾਕਟਰ ਸਾਹਿਬਾਨ 2 ਘੰਟੇ ਵੱਧ ਕੰਮ ਕਰਨ, ਟੀਚਰ ਅਧਿਆਪਕ 2 ਘੰਟੇ ਵੱਧ ਕੰਮ ਕਰਨ, ਪਟਵਾਰੀ ਤਹਿਸੀਲਦਾਰ ਪੁਲਿਸ 2 ਘੰਟੇ ਵੱਧ ਕੰਮ ਕਰੇ। ਇਹ ਮੈਨੂੰ ਚੰਗੀ ਸ਼ਰਧਾਂਜਲੀ ਹੋਗੀ, ਨਾ ਕਿ ਛੁੱਟੀ। ਤੁਸੀਂ ਭਗਤ ਸਿੰਘ ਬਾਰੇ ਦੱਸੋ ਯਾਰ। ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਹਰ ਚੌਰਾਹੇ ਚੌਂਕ ਦੇ ਵਿੱਚ ਭਗਤ ਸਿੰਘ ਦੇ ਬਾਰੇ ਦੱਸਿਆ ਜਾਵੇ। ਕੌਣ ਸੀ ਭਗਤ ਸਿੰਘ? ਮੈਂ ਉਹੀ ਸਵਾਲ ਕੀਤਾ ਕਿ ਇੰਨੇ ਐਗਰੈਸਿਵ ਨੇ, ਜੋ ਤੁਹਾਡੀ ਸੋਚ ਸੀਗੀ ਜਾਂ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਉਹਨਾਂ ਨੂੰ ਉਹਨਾਂ ਨੇ ਮਜ਼ਾਕ ਦੇ ਵਿੱਚ ਤੁਹਾਡਾ ਬਣਾਤਾ। ਤੁਹਾਨੂੰ ਨਹੀਂ ਲੱਗਦਾ, ਡਰ ਨਹੀਂ ਲੱਗਦਾ ਕਿ ਏਡੀ ਉਹ ਮੈਂਡੇਟ ਵੀ ਹੈ, ਐਮਐਲਏਜ਼ ਵੀ ਜ਼ਿਆਦਾ ਨੇ, ਔਰ ਰਾਜਾ ਵੜਿੰਗ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਇਸ ਵੇਲੇ। ਉਹ ਕਹਿੰਦੇ ਅਸੀਂ ਐਂਟੀ ਕਰਪਸ਼ਨ ਹੈਲਪਲਾਈਨ ਵੀ ਲੈ ਆਏ, ਅੱਜ 1 ਮਹੀਨਾ ਹੋਇਆ ਉਹਨਾਂ ਨੇ 300 ਯੂਨਿਟ ਵੀ 600 ਯੂਨਿਟ 2 ਮਹੀਨਿਆਂ ਦੇ ਕਹਿੰਦੇ ਫ੍ਰੀ ਵੀ ਦੇ ਦੇਣੇ ਹੈ, ਕਰਪਸ਼ਨ ਵੀ ਮਿਟਾਤੀ, ਕਣਕ ਵੀ ਮੰਡੀਆਂ ਤੋਂ ਵਧੀਆ ਤਰੀਕੇ ਨਾਲ ਚੱਕ ਲਈ। ਉਹ ਕਹਿੰਦੇ ਸਾਡੀ ਤਾਂ ਕਾਰਗੁਜ਼ਾਰੀ ਬਹੁਤ ਵਧੀਆ। ਫਿਰ ਕਿਵੇਂ ਘੇਰੋਗੇ ਤੁਸੀਂ? ਦੇਖੋ ਜੀ, ਕਿਵੇਂ ਆਪਣੇ ਵੱਲ ਜਨਤਾ ਨੂੰ ਦੁਆਰਾ ਕਰੋਗੇ? ਦੇਖੋ ਜੀ, ਕਰਪਸ਼ਨ ਮਟਾਤੀ ਉਹਨਾਂ ਨੇ ਕਹਿਤਾ। ਹੈਲਪਲਾਈਨ ਦੇ ਨਾਲ ਕਿੰਨੇ ਬੰਦੇ ਫੜ ਲਏ 30 ਦਿਨਾਂ ਦੇ ਅੰਦਰ, ਉਹ ਜ਼ਰਾ ਦੱਸਣ ਕਿ ਹੈਲਪਲਾਈਨ ਅਸੀਂ ਚੁਰਾਈ ਸੀ, ਇੰਨੇ ਲੋਕਾਂ ਦੇ ਸਾਨੂੰ ਮੈਸੇजेस ਆਏ, ਇੰਨੀਆਂ ਕੰਪਲੇਂਟ ਆਈਆਂ, ਇੰਨੀਆਂ ਅਸੀਂ ਇਸ਼ੂ ਰਿਜ਼ੋਲਵ ਕੀਤੇ ਤੇ ਕਰਪਸ਼ਨ ਖਤਮ ਹੋ ਗਈ। ਬਿਲਕੁਲ ਗਲਤ ਗੱਲ ਹੈ। ਮੰਡੀਆਂ ਦੇ ਵਿੱਚ ਜਿਹੜੀ ਕਣਕ ਸੀ 10 ਸਾਲ ਸਾਡੀ 5 ਸਾਲ ਸਾਡੀ ਸਰਕਾਰ ਨੇ 10 ਫਸਲਾਂ ਇਦਾਂ ਚੁੱਕੀਆਂ, ਲੋਕ ਯਾਦ ਕਰਦੇ। ਇਸ ਵਾਰੀ ਨੁਕਸਾਨ ਹੋਇਆ ਕਿਸਾਨਾਂ ਦਾ, ਕਣਕ ਸ਼ਰਿੰਕ ਹੋ ਗਈ। ਖੇਤੀਬਾੜੀ ਮਾਹਰਾਂ ਨੇ ਸਮੇਂ ਸਿਰ ਸਰਕਾਰ ਨਾਲ ਰਾਬਤਾ ਲਾਭ ਨਹੀਂ ਕੀਤਾ, ਇਸ ਕਰਕੇ ਸੈਂਟਰ ਸਰਕਾਰਾਂ ਦੀ ਟੀਮਸ ਬਾਅਦ ਚ ਆਈਆਂ, ਸ਼ਰਿੰਕ ਹੋ ਗਈ। ਖੇਤੀਬਾੜੀ ਯੂਨੀਵਰਸਿਟੀ ਵਾਲੇ ਉਹਨੂੰ ਦੱਸੇ ਕਿ ਇਸ ਵਾਰੀ ਗਰਮੀ ਪਹਿਲਾਂ ਪੈ ਗਈ ਹੈ, ਸਾਡੀ ਕਣਕ ਸ਼ਰਿੰਕੇਜ ਹੈ, ਸਪੈਸੀਫਿਕੇਸ਼ਨ ਤੋਂ ਜ਼ਿਆਦਾ ਸ਼ਰਿੰਕੇਜ ਹੋ ਗਈ ਹੈ, ਉਹ ਮੰਡੀਆਂ 'ਚ ਕਿਸਾਨ ਰੁਲੇਗਾ। ਕਿਸਾਨ ਨੂੰ ਧਰਨਾ ਲਾਉਣਾ ਪਿਆ। ਸਾਨੂੰ 5 ਸਾਲਾਂ ਦੀ ਰਾਜ 'ਚ ਦੱਸੋ ਕਿੰਨੇ ਕਿਸਾਨ ਨੇ ਧਰਨਾ ਲਾਇਆ ਕਣਕ ਤੇ ਝੋਨੇ ਦੇ ਖਿਲਾਫ? ਇੱਕ ਦਿਨ ਨਹੀਂ। ਇਹ ਪ੍ਰਾਪਤੀ ਨਹੀਂ ਹੈ, ਇਸ ਤਾਂ 10 ਸਾਲ ਚੱਕੀ ਹੈ। ਇਹ ਤਾਂ ਇੱਕ ਸੈਟ ਪ੍ਰੋਸੀਜਰ ਹੈ। ਅਸੀਂ 10 ਸਾਲ ਚੱਕੀਏ, ਫਿਰ ਸਾਡੀ ਤਾਂ ਬਹੁਤ ਵਧੀਆ। ਫਿਰ ਸਾਡੀ ਸਰਕਾਰ ਅੱਜ ਪੂਰੀ ਕਰ ਲਈ ਉਹਨਾਂ ਨੇ ਜੀ, ਬਿਜਲੀ ਫ੍ਰੀ ਦੇਣ ਜਾ ਰਹੇ ਨੇ। ਹੁਣ ਤੁਸੀਂ ਬਿਜਲੀ ਦੀ ਗੱਲ ਕਰੋ, ਬਿਜਲੀ ਅੱਜ ਉਹ ਕਹਿ ਰਹੇ ਨੇ ਕਿ ਅਸੀਂ ਪਹਿਲੀ ਗਰੰਟੀ, ਬਥੇਰੀਆਂ ਗਰੰਟੀਆਂ ਦਿੱਤੀਆਂ, ਚੰਗੀ ਗੱਲ ਹੈ। ਮੈਂ ਵਧਾਈ ਦੇਣੀ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਹੋਇਆ ਇੱਕ ਵਾਅਦਾ ਜੁਲਾਈ 'ਚ ਪੂਰਾ ਕਰਨ ਦੀ ਗੱਲ ਕਹੀ ਹੈ। ਹਜੇ ਜੁਲਾਈ 'ਚ ਹੋਣਾ, ਅੱਜ ਨਹੀਂ ਹੈ। ਇਹ ਕਾਲੀ ਕਿਉਂ ਹੋ ਰਹੀ ਹੈ? ਕਾਲੀ ਇਹ ਅਨਾਉਂਸਮੈਂਟ ਜਿੰਨੀਆਂ ਹੋ ਰਹੀਆਂ ਕਾਲੀ ਹੋ ਰਹੀ ਹੈ, ਹਜੇ ਜ਼ਮੀਨ ਤੇ ਕੁਝ ਨਹੀਂ ਹੋਇਆ। ਤੁਸੀਂ ਦੱਸ ਦਿਓ ਕਿੰਨੇ ਗੈਂਗਸਟਰ ਫੜ ਲਏ? ਅੱਜ ਵੀ ਜਲੰਧਰ ਦੇ ਅੰਦਰ ਗੋਲੀ ਚੱਲੀ ਹੈ। ਅੱਜ ਵੀ ਗੰਭੀਰ ਰੂਪ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ, ਗੋਲੀ ਚੱਲ ਗਈ ਦਿਨ ਦਿਹਾੜੇ। ਤੁਹਾਨੂੰ ਲੱਗਦਾ ਲਾਅ ਐਂਡ ਆਰਡਰ ਅੱਜ ਵੀ ਰਾਸ਼ਨ, ਹਾਂਜੀ ਲਾਅ ਐਂਡ ਆਰਡਰ ਦਾ ਤਾਂ ਧੱਜੀਆਂ ਉੱਡ ਗਈਆਂ, ਪਰ ਉਹਨਾਂ ਨੇ ਇੱਕ ਫੋਰਸ ਬਣਾਤੀ, ਗੈਂਗਸਟਰ ਦੇ ਖਿਲਾਫ ਇੱਕ ਟਾਸਕ ਫੋਰਸ ਬਣਤੀ। ਉਹਦਾ ਕੀ ਫਾਇਦਾ? ਕੱਲਾ ਉਹਦੇ ਨਾਲ ਕੋਈ ਗੱਲ ਨਹੀਂ ਬਣਨੀ। ਮੇਰਾ ਖਿਆਲ ਤਦ ਗੱਲ ਕਰਾਂਗੇ, ਹੁਣ ਮੈਨੂੰ ਇਹ ਪੂਰਨ ਯਕੀਨ ਹੈ ਜਾਂ ਮੈਨੂੰ ਇਨਫੋਰਮੇਸ਼ਨ ਹੈ ਕਿ ਇਹ 100 ਯੂਨਿਟ ਬਿਜਲੀ ਗਰੀਬ ਨੂੰ ਫ੍ਰੀ ਦੇ ਰਹੇ ਹੈ। 1 ਕਿਲੋਵਾਟ ਵਾਲੇ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ 22 ਲੱਖ ਪਰਿਵਾਰਾਂ ਨੂੰ, ਜਿਨ੍ਹਾਂ ਨੂੰ ਅਸੀਂ 200 ਯੂਨਿਟ ਫ੍ਰੀ ਦਿੰਦੇ ਸੀ, ਉਹਨਾਂ ਨੂੰ 100 ਯੂਨਿਟ ਹੋਰ ਵਾਧਾ ਕਰ ਰਹੇ ਨੇ। ਚੰਗੀ ਗੱਲ ਹੈ, ਬਿਹਤਰੀਨ ਗੱਲ ਹੈ। ਲੇਕਿਨ ਮੇਰਾ ਸਵਾਲ ਹੈ ਕਿ ਅਸੀਂ 3 ਰੁਪਏ ਸਬਸਿਡੀ ਦੇ ਰਹੇ ਸੀ 7 ਕਿਲੋਵਾਟ ਵਾਲਿਆਂ ਨੂੰ ਤੋਂ ਥੱਲੇ ਵਾਲਿਆਂ ਨੂੰ। 3 ਰੁਪਏ 7 ਕਿਲੋਵਾਟ ਵਾਲਿਆਂ ਨੂੰ ਥੱਲੇ, ਕਾਂਗਰਸ ਸਰਕਾਰ, ਚੰਨੀ ਸਰਕਾਰ ਕਰਕੇ ਗਈ। ਕੀ ਇਹ ਜਿਹੜੀ ਉਹ 2400 ਕਰੋੜ ਰੁਪਏ ਦੀ ਸਬਸਿਡੀ ਅਸੀਂ ਦੇ ਰਹੇ ਸੀ, ਉਹਨੂੰ ਬਰਕਰਾਰ ਰੱਖਣਗੇ ਕਿ ਨਹੀਂ? ਪਹਿਲਾ ਸਵਾਲ। ਤੇ 200 ਜਿਹੜੇ ਯੂਨਿਟ ਅਸੀਂ ਦੇ ਰਹੇ ਸੀ 22 ਲੱਖ ਪਰਿਵਾਰਾਂ ਨੂੰ, ਲਗਭਗ 22 ਸਮਥਿੰਗ ਅਪਰੋਕਸੀਮੇਟਲੀ, ਉਹ 17.5 ਲੱਖ ਰੁਪਇਆ ਉਹ ਸਬਸਿਡੀ ਹੈਗੀ ਆ। 17 ਕਿ 17.5 200 ਯੂਨਿਟ ਦੀ 22 ਲੱਖ ਪਰਿਵਾਰ ਨੂੰ। 100 ਯੂਨਿਟ ਨਾਲ ਤੁਸੀਂ ਹੋਰ 800-900 ਕਰੋੜ ਐਕਸੀਡ ਲਾ ਲਓ। ਪਰ ਇਹ ਤਾਂ ਨਹੀਂ ਕਿਤੇ ਕਿ 800-900 ਤਾਂ ਦੇ ਰਹੇ ਹੈ,
800-900 ਕਰੋੜ ਵਾਧਾ ਕਰ ਦੇਣਗੇ ਤੇ 300 ਯੂਨਿਟ ਕਰ ਦੇਣਗੇ। ਤੁਹਾਨੂੰ ਲੱਗਦਾ ਕਿ ਯੂਨਿਟ ਦਾ ਰੇਟ ਵਧਾ ਦੇਣਗੇ ਉਧਰੋਂ? ਇਹ 2400 ਯੂਨਿਟ ਵਾਲੀ ਜਿਹੜੀ ਸਬਸਿਡੀ ਹੈ ਬੰਦ ਕਰ ਦੇਣਗੇ। 100% ਇਹੀ ਕਰ ਰਹੇ ਹੈ, ਪਰ ਹਜੇ ਜਿੰਨਾ ਚਿਰ ਉਹ ਨੋਟੀਫਿਕੇਸ਼ਨ ਨਹੀਂ ਹੁੰਦਾ। ਪਰ ਸੀਐਮ ਅੱਜ ਇਹ ਵੀ ਕਹਿੰਦੇ ਜੇ 600 ਯੂਨਿਟ ਜਿਹੜੇ ਪਰਿਵਾਰਾਂ ਦੀ ਤੁਸੀਂ ਗੱਲ ਕਰ ਰਹੇ ਹੋ, 200 ਉਹਨਾਂ ਦਾ ਤਾਂ ਵਧਾ ਹੀ ਰਹੇ 2 ਮਹੀਨੇ ਦੇ ਵਿੱਚ। 600 ਤੋਂ ਵੱਧ ਜੇ ਕੋਈ ਜਨਰਲ ਕੈਟਾਗਰੀ ਵਾਲਾ ਵੀ ਖਪਤ ਕਰਦਾ, ਜੇ ਕੋਈ ਕੰਜ਼ਿਊਮਰ, ਜਿਹਦਾ 601 ਵੀ ਹੋ ਜਾਂਦਾ, ਫਿਰ ਉਹਨੂੰ ਪੂਰੇ 601 ਦਾ ਬਿੱਲ ਭਰਨਾ ਪੈਣਾ। ਹਾਂ, ਤਾਂ ਸਾਰਾ ਬਿੱਲ ਭਰਨਾ ਪਏਗਾ, ਉਹਦੇ ਚ ਕੋਈ ਹੋਰ ਆਏਗਾ ਹੀ ਨਹੀਂ। ਇਹੀ ਤਾਂ ਲੋਚਾ ਹੈ ਇਹਦੇ ਵਿੱਚ। ਦਿੱਕਤ ਕੀ ਹੈ? ਕੋਈ ਵੀ ਵਿਅਕਤੀ, ਜੇ ਗਰੀਬ ਨੂੰ ਤੁਸੀਂ 300 ਦਿੱਤੀ ਹੈ ਬਿਲੋ ਪਾਵਰਟੀ ਲਾਈਨ, ਜਿਹਨੂੰ ਕਹਿੰਦੇ ਆ 1 ਕਿਲੋਵਾਟ ਦਾ ਕਨੈਕਸ਼ਨ ਹੈ, ਉਹਦਾ ਘਰ 200 ਯੂਨਿਟ ਫ੍ਰੀ ਬਿਜਲੀ ਨਾਲ ਪੂਰਾ ਨਹੀਂ ਹੁੰਦਾ। ਇਸ ਕਰਕੇ ਤਾਂ ਸਰਕਾਰ ਨੇ 100 ਹੋਰ ਦਿੱਤੀ। ਜਿਹੜਾ 1 ਕਿਲੋਵਾਟ ਤੋਂ ਜਿਹੜੇ ਕਨੈਕਸ਼ਨ, ਉਹ ਤਾਂ 22 ਲੱਖ ਪਰਿਵਾਰ ਹੀ ਹੈ। ਦੂਸਰਾ 69 ਲੱਖ ਪਰਿਵਾਰ ਜਿਹੜਾ ਕਿਲੋਵਾਟ ਤੋਂ ਉੱਪਰ ਵਾਲਾ ਹੈ। ਜੇ ਕਿਲੋਵਾਟ ਵਾਲੇ ਨੂੰ 300 ਯੂਨਿਟ ਬਿਜਲੀ ਚਾਹੀਦੀ ਹੈ ਤਾਂ 2 ਕਿਲੋਵਾਟ ਵਾਲੇ ਨੂੰ 500-600 ਚਾਹੀਦੀ ਹੈ। ਉਹਨਾਂ ਵਾਸਤੇ ਤਾਂ ਕੱਲਾ ਐਲਾਨ ਹੀ ਹੋਏਗਾ, ਕਿਉਂਕਿ ਉਹਨਾਂ ਤੋਂ ਕੁਝ ਮਿਲੇਗਾ ਹੀ ਨਹੀਂ। ਉਹਨਾਂ ਨੂੰ ਤਾਂ ਮਿਲੇਗਾ ਨਹੀਂ। ਉਹ ਕਹਿੰਦੇ ਸਰਕਾਰ ਦੇ ਵਿੱਚ ਵੀ ਰਹੇ ਹੋ, ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ। ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਵਿਰੋਧੀ ਇਦਾਂ ਹੀ ਘੇਰਦੇ ਸੀਗੇ, ਐਲਾਨਜੀਤ ਸਿੰਘ ਚੰਨੀ ਕਹਿਤਾ ਸੀਗਾ। ਤੁਹਾਨੂੰ ਲੱਗਦਾ ਹੈ ਕਿ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਆ ਤੇ ਐਲਾਨ ਵੱਡੇ ਵੱਡੇ ਹੋ ਜਾਂਦੇ, ਉਹਨੂੰ ਜ਼ਮੀਨੀ ਸਤਰ ਤੇ ਅਪਣਾਉਣਾ ਜਾਂ ਉਹਨੂੰ ਅਮਲ ਵਿੱਚ ਲਿਆਉਣਾ ਬੜਾ ਔਖਾ ਹੋ ਜਾਂਦਾ? ਨਹੀਂ, ਕਾਫੀ ਐਲਾਨ ਜਿਹੜੇ ਹੁੰਦੇ ਆ ਉਹ ਚੰਗੇ ਰੂਪ ਦੇ ਵਿੱਚ ਵੀ ਹੋ ਜਾਂਦੇ ਨੇ, ਬਟ ਕਾਫੀ ਜਿਹੜੀਆਂ ਸਕੀਮਸ ਆ ਉਹ ਹਵਾ ਵਿੱਚ ਹੀ ਰਹਿ ਜਾਂਦੀਆਂ। ਉਹ ਬਿਊਰੋਕਰੇਟਸ ਬਣਾ ਕੇ ਉਹ ਥੱਲੇ ਪ੍ਰੈਕਟੀਕਲ ਅਮਲੀ ਜਾਮਾਂ ਤੇ ਇੰਪਲੀਮੈਂਟਸ ਨਹੀਂ ਹੁੰਦੀਆਂ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਲਕੁਲ ਇਹ ਸਹੀ ਗੱਲ। ਸਾਡੇ ਸੂਤਰ ਇਹ ਵੀ ਕਹਿੰਦੇ 100 ਦਿਨ ਤੁਹਾਡੀ ਪਾਰਟੀ ਨੇ ਵੀ ਕਿਹਾ ਹੈ ਕਿ 100 ਦਿਨ ਹਜੇ ਨਾ ਬੋਲੋ, 100 ਦਿਨ ਦੇਖੋ ਆਮ ਆਦਮੀ ਪਾਰਟੀ ਸਾਡੀ ਪਾਰਟੀ ਨੇ ਨਹੀਂ ਕਿਹਾ। ਅਸੀਂ ਕਈ ਵਾਰੀ ਬੋਲਦੇ ਹਾਂ ਕਿਉਂਕਿ ਪਬਲਿਕ ਦੀ ਨਬਜ਼ ਸਮਝਣੀ ਚਾਹੀਦੀ ਹੈ। ਪਬਲਿਕ ਕੀ ਚਾਹੁੰਦੀ ਹੈ? ਹਜੇ ਤੁਸੀਂ ਥਾਂ ਥੋੜਾ ਕਤਰਾ ਰਹੇ ਹੋ ਕਿ ਹਜੇ ਜ਼ਿਆਦਾ ਨਾ ਬੋਲੀਏ। ਪਬਲਿਕ ਦੀ ਨਬਜ਼ ਸਮਝਣੀ ਚਾਹੀਦੀ ਹੈ। ਕਈ ਵਾਰੀ ਅਸੀਂ ਲੋਕਾਂ ਦੇ ਵਿਊਜ਼ ਵੇਖਦੇ ਹਾਂ, ਤੁਹਾਡੇ ਚੈਨਲਸ ਦੇ ਥੱਲੇ ਦੇਖਦੇ ਹਾਂ, ਲੋਕ ਕਹਿੰਦੇ ਕਿ ਸਮਾਂ ਦੇਣਾ ਚਾਹੀਦਾ ਹੈ। ਸੋ ਅਨਨੈਸੈਸਰੀਲੀ ਵੀ ਆਪੋਜੀਸ਼ਨ ਨੂੰ ਕ੍ਰਿਟਿਸਾਈਜ਼ ਕਰਨਾ ਕੋਈ ਬਿਹਤਰੀਨ ਗੱਲ ਨਹੀਂ ਹੈ। ਅਗਰ ਕੋਈ ਚੰਗਾ ਕੰਮ ਕਰਦਾ ਹੈ, ਅਗਰ ਸਰਕਾਰ ਚੰਗਾ ਕੰਮ ਕਰਦੀ ਹੈ, ਉਹਨੂੰ ਸਲਾਹ ਵੀ ਦੇਣਾ ਚਾਹੀਦਾ। ਕੋਈ ਫਰਕ ਨਹੀਂ ਪੈਂਦਾ। ਮੈਂ ਬਿਲਕੁਲ ਉਹਨਾਂ ਨੂੰ ਮੁਬਾਰਕਬਾਦ ਦੇਵਾਂਗਾ ਇਸ ਗੱਲ ਤੇ, ਭਗਵੰਤ ਮਾਨ ਜੀ ਨੂੰ, ਪਰ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੀ ਸਾਡੀ ਸਰਕਾਰ ਸਬਸਿਡੀ ਛੱਡ ਕੇ ਗਈ ਸੀ 2400 ਕਰੋੜ ਰੁਪਏ, ਉਹ ਬਿਲਕੁਲ ਲਾਗੂ ਨਾ। ਵਿਰੋਧੀ ਧਿਰ ਉਹ ਰੇਟ ਉਸੇ ਤਰ੍ਹਾਂ ਰਹਿਣੇ ਚਾਹੀਦੇ। ਵਿਰੋਧੀ ਧਿਰ ਤੇ ਹਜੇ ਘੇਰ ਨਹੀਂ ਰਿਹਾ, ਪਰ ਭਗਵੰਤ ਮਾਨ ਉਹਨਾਂ ਨੂੰ ਇੱਕ ਬਿਆਨ ਜਾਰੀ ਕਰਨਾ ਪੈ ਗਿਆ ਕਿ ਲੋਕੋ ਹਜੇ ਇੰਤਜ਼ਾਰ ਕਰੋ, ਹਜੇ ਸਬਰ ਕਰੋ ਥੋੜਾ ਜਿਹਾ। ਫਿਰ ਇਹ ਤੁਹਾਨੂੰ ਕੀ ਲੱਗਦਾ ਕੌਣ ਲੋਕ ਨੇ ਜਿਨ੍ਹਾਂ ਦਾ ਉਹਨੂੰ ਲੱਗਿਆ ਕਿ ਕੋਈ ਲੋਕ ਮੇਰੇ ਵਿਰੋਧ ਕਰ ਰਹੇ ਨੇ ਔਰ ਬਿਆਨ ਜਾਰੀ ਕਰਨਾ ਪਿਆ ਭਗਵੰਤ ਮਾਨ? ਅੰਦਰ ਡਰ ਸਤਾ ਰਿਹਾ ਨਾ। ਜਦੋਂ ਪ੍ਰੋਗਰਾਮ ਚ ਜਾਂਦੇ ਆ ਤੇ ਪਬਲਿਕ ਤੁਹਾਡੀ ਅੰਨੀ ਅੱਖਾਂ ਨਹੀਂ ਦੇਖਦੀ ਹੈ ਕਿ ਭਾਈ ਮੇਰੇ ਵਾਅਦੇ, 1000 ਰੁਪਏ ਦੀ ਟਰਾਲੀ, ਲਿਕਰ ਮਾਫੀਆ ਪਾਲਿਸੀ, ਨੌਕਰੀਆਂ, ਉਹਦੇ ਚ ਲਿਖਿਆ 35,000 ਲੋਕਾਂ ਨੂੰ ਪੱਕੇ ਕਰ ਦਿਆਂਗੇ। ਮੈਂ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ, ਉਹੀ 36,000 ਬੰਦਾ ਹੈ ਜਿਹਨੂੰ ਅਸੀਂ ਪੱਕਾ ਕਰ ਰਹੇ ਹਾਂ ਕਿ ਕੋਈ ਹੋਰ ਹੈ, ਨਵਾਂ ਹੈ? ਕਿ ਉਹ ਟਰਾਂਸਪੋਰਟ ਮਿਨਿਸਟਰ ਵਾਂਗੂ ਮੇਰੀਆਂ ਬੱਸਾਂ ਪੁਰਾਣੀਆਂ ਸਰਕਾਰ ਦੀਆਂ ਖਰੀਦੀਆਂ ਬੱਸਾਂ ਨੂੰ ਝੰਡੀ ਦੇ ਰਹੇ ਹੋ? ਇਹ ਦੱਸਣਾ ਪਏਗਾ, ਲੋਕਾਂ ਨੂੰ ਦੱਸਣਾ ਪਏਗਾ। ਅੰਦਰ ਤਾਂ ਪਤਾ ਹੁੰਦਾ ਨਾ ਕਿ ਮੈਂ ਚੋਰ ਹਾਂ, ਮੈਂ ਕੋਈ ਗੜਬੜ ਕੀਤੀ ਹੈ। ਸਾਹਮਣੇ ਜਨਤਾ ਦੀ ਜਦੋਂ ਸਾਹਮਣਾ ਕਰਦੇ ਹਾਂ ਤੇ ਅਸੀਂ ਭਾਸ਼ਣ ਦੇ ਰਹੇ ਹੁੰਦੇ ਹਾਂ, ਜੇ ਕੋਈ ਝੂਠੀ ਗੱਲ ਹੈ ਤਾਂ ਸਾਹਮਣੇ ਵਾਲਾ ਪੜ੍ਹ ਲੈਂਦਾ ਹੈ, ਉਹਦੇ ਨਾਲ ਅੱਖ ਨਾਲ ਅੱਖ ਨਹੀਂ ਮਿਲਦੀ, ਬੇਸ਼ੱਕ ਉਹ ਸਵਾਲ ਨਾ ਪੁੱਛੇ। ਉਹ ਅੰਦਰ ਜਿਹੜਾ ਡਰ ਸਤਾ ਰਿਹਾ ਕਿ ਯਾਰ ਮੈਂ ਕਰਾਂਗਾ ਕੀ, ਇਸ ਕਰਕੇ ਕਹਿ ਰਹੇ ਆ ਕਿ ਮੈਨੂੰ ਸਮਾਂ ਹੋਰ ਦਿਓ। ਚਲੋ ਆਖਰੀ ਸਵਾਲ, ਰਾਜਾ ਵੜਿੰਗ ਨੂੰ ਆਪਣੇ ਅੰਦਰ ਕੀ ਮਹਿਸੂਸ ਹੁੰਦਾ ਕਿ ਕਈ ਵਾਰ ਕਾਂਗਰਸ ਇੱਕ ਬੜੀ ਵੱਡੀ ਪਾਰਟੀ ਹੈ, ਜਿੱਥੋਂ ਤੁਸੀਂ ਆਪਣਾ ਕਰੀਅਰ ਸ਼ੁਰੂ ਕੀਤਾ, ਤੁਸੀਂ ਆਲ ਇੰਡੀਆ ਯੂਥ ਕਾਂਗਰਸ ਦੇ ਵੀ ਪ੍ਰਧਾਨ ਰਹੇ, ਤੁਸੀਂ ਲੋਕ ਸਭਾ ਦਾ ਇਲੈਕਸ਼ਨ ਵੀ ਲੜ ਲਿਆ, ਤੁਸੀਂ ਕੈਬਨਿਟ ਮੰਤਰੀ ਵੀ ਰਹਿ ਲਿਆ, ਐਮਐਲਏ ਵੀ ਬਣ ਕੇ, ਔਰ ਹੁਣ ਸੂਬੇ ਦੀ ਪ੍ਰਧਾਨਗੀ ਵੀ ਉਸ ਸਮੇਂ 'ਚ ਮਿਲੀ ਜਦੋਂ ਪਾਰਟੀ ਦੀ ਸਥਿਤੀ ਮਜ਼ਬੂਤ ਨਹੀਂ ਹੈਗੀ। ਕੀ ਲੱਗਦਾ ਰਾਜਾ ਵੜਿੰਗ ਕੋਲ ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਹੈ? ਮੇਰੇ को गिद्दड़ सिंगी है, नीयत साफ, मेहनत, हार्ड वर्क करना है, यही मेरे को गिद्दड़ सिंगी है। आई डोंट हैव एनी अदर गिद्दड़ सिंगी। और ये सब तो तकड़ी गिद्दड़ सिंगी है, ਜਿਹੜਾ ਬੰਦੇ ਦੀ ਨੀਅਤ ਸਾਫ਼ ਹੋਏਗੀ, ਮਨ 'ਚ ਕਿਸੇ ਦੇ ਪ੍ਰਤੀ ਖੋਟ ਨਹੀਂ ਹੋਏਗੀ, ਮੈਂ ਨਹੀਂ ਕਰੇਗਾ, ਸਭ ਨੂੰ ਨਾਲ ਲੈ ਕੇ ਚੱਲੇਗਾ ਔਰ ਮਿਹਨਤ ਕਰੇਗਾ। कर्म करते चलो, किसी ने लिखा है फल की उपेक्षा मत करो, जिन्हों लालच नहीं होएगा, ਜਿਹੜਾ ਸੇਵਾ ਭਾਵਨਾ ਨਾਲ ਕੰਮ ਕਰਦਾ ਰਹੇਗਾ, ਇਹੀ ਮੇਰੇ ਕੋ ਗਿੱਦੜ ਸਿੰਘੀ ਹੈ। ਇਸੇ ਦੇ ਨਾਲ ਹੀ ਅੱਜ ਮੈਂ ਤੀਜੀ ਵਾਰੀ ਲਗਾਤਾਰ ਐਮਐਲਏ ਬਣੇ,
ਆਲ ਇੰਡੀਆ ਪ੍ਰੈਜ਼ੀਡੈਂਟ ਰਿਹਾ, ਬਾਦਲਾਂ ਨਾਲ ਚੁਣਾਵ ਲੜੇ। ਸੋ ਹਰ ਔਖੀ ਘੜੀ ਚੋਂ ਇਸ ਗੁਰਮੰਤਰ ਨੇ ਮੈਨੂੰ ਕੱਢਤਾ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਚੰਗੀ ਨੀਅਤ ਨਾਲ ਕੰਮ ਕਰਦੇ ਹੋ ਤਾਂ ਫਿਰ ਬਾਬਾ ਤੁਹਾਡਾ ਤੁਸੀਂ ਆਪਣੇ ਅੰਦਰ ਵੀ ਕੋਈ ਟਾਰਗੇਟ ਰੱਖਿਆ ਕਿ ਮੇਰੇ ਕੋਲ ਇੰਨਾ ਸਮਾਂ ਹੈਗਾ ਕਿ ਮੈਂ ਆਪਣੀ ਪਾਰਟੀ ਦਾ ਗ੍ਰਾਫ ਜਿੱਥੇ ਹੈਗਾ ਇਹਨੂੰ ਇਸ ਸਮੇਂ ਦੇ ਵਿੱਚ ਇਹਨੇ ਇਸ ਟਾਰਗੇਟ ਦੇ ਅਧੀਨ ਉੱਪਰ ਲੈ ਕੇ ਆਣਾ? ਕੋਈ ਰੱਖਿਆ, ਸੋਚਿਆ ਕਿ ਯਾਰ ਮੈਂ ਕਿਹੜੇ ਇਲੈਕਸ਼ਨ ਤੱਕ ਕਿੰਨਾ ਸਮਾਂ? ਬਿਲਕੁਲ, ਆਦਮੀ ਟਾਰਗੇਟਸ ਤਾਂ ਬਣਾਉਂਦਾ ਹੀ ਹੈ। ਕਿੰਨਾ ਸਮਾਂ ਸੋਈ ਆਪਣੇ ਲਈ ਨਹੀਂ। ਬਤੌਰ ਤੁਹਾਨੂੰ ਪਾਰਟੀ ਤਾਂ ਕੁਝ ਸੀਕ੍ਰੇਟਸ ਵੀ ਰੱਖਣੀਆਂ ਚਾਹੀਦੀਆਂ, ਸਭ ਕੁਝ ਚੈਨਲ ਦੇ ਮਾਧਿਅਮ ਦੇ ਰਾਹੀਂ ਨਹੀਂ ਦੱਸਣਾ ਚਾਹੀਦਾ। ਕੁਝ ਸੀਕ੍ਰੇਟਸ ਵੀ ਹੋਣੀਆਂ ਚਾਹੀਦੀਆਂ ਜ਼ਿੰਦਗੀ ਦੀਆਂ। ਸੋ ਸਿਆਣੇ ਕਹਿੰਦੇ ਗੁੜ ਖਵਾਉਣਾ ਉਹ ਵੀ ਲੁਕੋ ਕੇ ਖਾਓ ਥੋੜਾ, ਕਈ ਵਾਰੀ ਨਜ਼ਰ ਲੱਗ ਜਾਂਦੀ ਹੈ। ਸੋ ਇਸ ਕਰਕੇ ਆਪਣੇ ਆਪ ਹੀ ਤੁਸੀਂ ਦੱਸੋਗੇ ਕਿ ਕਮਾਲ ਹੋ ਗਿਆ। ਚਲੋ, ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਕਹਿ ਰਹੇ ਨੇ ਕਿ ਉਹਨਾਂ ਦੀ ਮਿਹਨਤ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਨੇਕ ਨੀਅਤ ਨੇ ਹੀ ਉਹਨਾਂ ਨੂੰ ਅੱਜ ਪ੍ਰਧਾਨਗੀ ਤੇ ਬਿਠਾਇਆ, ਔਰ ਇਸੇ ਰਵੱਈਏ ਦੇ ਨਾਲ, ਇਸੇ ਕਿਰਦਾਰ ਦੇ ਨਾਲ ਹੁਣ ਪੰਜਾਬ ਦੀ ਕਾਂਗਰਸ ਦੇ ਵਿੱਚ ਜਾਨ ਵੀ ਲੈ ਕੇ ਆਣਗੇ ਔਰ ਸਭ ਨੂੰ ਇਕੱਠੇ ਕਰਕੇ ਇੱਕ ਵਾਰ ਫਿਰ ਪਾਰਟੀ ਦਾ ਗ੍ਰਾਫ ਉੱਪਰ ਲੈ ਕੇ ਆਣਗੇ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।